ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਇਵੈਲੂਏਸ਼ਨ ਦੇ ਜੋ ਹੋਰ ਪੱਖ ਹੈ ਅਸੀਂ ਉਹਨਾਂ ਦਾ ਵੀ ਅਧਿਐਨ ਨਾਲ ਕਰਾਈ ਜਾਂਦੇ ਹਾਂ। ਭਾਸ਼ਾ ਵਿੱਚ ਇਵੈਲੂਏਸ਼ਨ ਦੀ ਬਹੁਤ ਇੰਪੋਰਟੈਂਸ ਹੈ। ਜਦੋਂ ਅਸੀਂ ਇਸ ਦੀ ਲੋੜ ਦੇਖਦੇ ਹਾਂ, ਇਸ ਦੀ ਰਿਕੁਆਇਰਮੈਂਟ ਕਿਉਂ ਹੈ, ਮੁਲਾਂਕਣ ਦੀ ਨੀਡ, ਮੁਲਾਂਕਣ ਦੀ ਲੋੜ ਕਿਉਂ ਹੈ, ਇਸ ਦਾ ਪਹਿਲਾ ਜੋ ਕਾਰਨ ਹੈ ਵੱਖ-ਵੱਖ ਉਦੇਸ਼ਾਂ ਦੀ ਪ੍ਰਾਪਤੀ ਦੇ ਪੱਧਰ ਦੀ ਜਾਂਚ ਹੋ ਸਕਦੀ ਹੈ। ਇਸ ਦਾ ਮਤਲਬ ਜੋ ਵੀ ਸਾਡੇ ਉਦੇਸ਼ ਨੇ, ਬੱਚਾ ਗ੍ਰਹਿਣ ਕਰਦਾ ਹੈ, ਬੱਚਾ ਉਸ ਦਾ ਪ੍ਰਗਟਾਵਾ ਕਰਦਾ ਹੈ ਔਰ ਬੱਚਾ ਸਿਰਜਣਾਤਮਕ ਸ਼ਕਤੀ ਕਰਦਾ, ਉਹਦੇ ਅੰਦਰ ਸੋਚ ਗੁਣ ਪੈਦਾ ਹੁੰਦੇ ਨੇ। ਇਹ ਜੋ ਉਦੇਸ਼ ਨੇ ਸਿੱਖਿਆ ਦੀ ਪ੍ਰਾਪਤੀ ਦੇ, ਔਰ ਜੋ ਮੁਲਾਂਕਣ ਹੈ ਨਾ, ਉਹ ਸਾਡੇ ਜਿਹੜੇ 4 ਉਦੇਸ਼ ਨੇ ਮੈਂ ਦੱਸੇ ਨੇ, ਇਹਨਾਂ ਦੇ ਜੋ ਪ੍ਰਾਪਤੀ ਦਾ ਪੱਧਰ ਦੱਸਦੇ ਵੀ ਇਹ ਜੋ ਪ੍ਰਾਪਤੀਆਂ ਨੇ ਕਿੱਥੇ ਤੱਕ ਸਫਲ ਹੋਈਆਂ ਵੀ ਕਿ ਨਹੀਂ ਹੋਈਆਂ, ਇਹ ਮੁਲਾਂਕਣ ਦੱਸਦਾ ਹੈ। ਦੂਜੀ, ਫਿਰ ਜਦੋਂ ਨਤੀਜੇ ਨਿਕਲਦੇ ਨੇ ਫਿਰ ਸਾਨੂੰ ਇਹ ਪਤਾ ਲੱਗਦਾ ਹੈ ਕਿ ਮੁਲਾਂਕਣ ਦੇ ਆਧਾਰ ਤੇ ਇਹ ਪਤਾ ਲੱਗਦਾ ਜੋ ਪਾਠਕ੍ਰਮ ਸਾਡਾ ਸਿਲੇਬਸ ਹੈ ਉਪਯੋਗੀ ਹੈ ਕਿ ਨਹੀਂ ਹੈ, ਵੀ ਜੋ ਅਸੀਂ ਪੜ੍ਹਾ ਚੁੱਕੇ ਹਾਂ ਜੋ ਸਾਡਾ ਉਹ ਕਿਤੇ ਚੇਂਜ ਦੇ ਲਾਇਕ ਤਾਂ ਨਹੀਂ, ਬਦਲਾਵ ਦੇ ਲਾਇਕ ਤਾਂ ਨਹੀਂ, ਉਸ ਵਿੱਚ ਕਿਹੜੀਆਂ ਖਾਮੀਆਂ ਕਮੀਆਂ ਜਾਂ ਉਹ 'ਚ ਕਿਹੜੀਆਂ ਖੂਬੀਆਂ ਨੇ, ਇਹ ਜੋ ਸਾਰੀ ਗੱਲ ਹੈ ਇਹ ਨਤੀਜਿਆਂ ਤੋਂ ਪਤਾ ਲੱਗਦੀ ਹੈ, ਮੁਲਾਂਕਣ ਦੇ ਨਤੀਜਿਆਂ ਤੋਂ। ਔਰ ਉਸ ਦੇ ਆਧਾਰ 'ਤੇ ਜੋ ਸੰਭਾਵੀ ਬਦਲਾਵ ਹੈ ਨਾ, ਉਹਦੇ ਆਧਾਰਾਂ ਦਾ ਪਤਾ ਲੱਗਦਾ ਵੀ ਜੇ ਇਸ ਦੀ ਜੋ ਬਦਲਾਵ ਆਏ ਇਸ ਤਰ੍ਹਾਂ ਦੇ ਹੈ, ਹੁਣ ਇਸ ਤੋਂ ਅੱਗੇ ਕੀ ਪਲੈਨਿੰਗ ਹੈ, ਇਸ ਤੋਂ ਅੱਗੇ ਕੀ ਬਲੂ ਪ੍ਰਿੰਟ ਬਣਾਉਣਾ, ਇਸ ਤੋਂ ਅੱਗੇ ਕੀ ਰੂਪ ਰੇਖਾ, ਇਸ ਤੋਂ ਅੱਗੇ ਕੀ ਜਿਹੜਾ ਉਹ ਰਣਨੀਤੀ ਅਪਣਾਉਣੀ ਹੈ, ਅਸੀਂ ਇਸ ਬਾਰੇ ਮੁਲਾਂਕਣ ਦੇ ਆਧਾਰ 'ਤੇ ਸਾਬਿਤ ਕਰਦੇ ਹਾਂ ਜਾਂ ਇਹ ਸੈੱਟ ਕਰਦੇ ਹਾਂ। ਸਿੱਖਿਆ ਵਿੱਚ ਰਹਿ ਗਈਆਂ ਘਾਟਾਂ ਦਾ ਪਤਾ ਲੱਗਦਾ ਜਦੋਂ, ਕਿਉਂਕਿ ਇਹ ਕੰਟੀਨਿਊ ਪ੍ਰੋਸੈਸ ਹੈ, ਇਸ ਕਰਕੇ ਮੁਲਾਂਕਣ ਦੇ ਰਾਹੀਂ ਅਸੀਂ ਦੇਖਦੇ ਹਾਂ ਵੀ ਜੋ ਸਿੱਖਿਆ ਵਿੱਚ ਕਿਹੜੀਆਂ ਕਮੀਆਂ ਰਹਿ ਗਈਆਂ, ਪੜ੍ਹਾਉਣ ਦੇ ਦੌਰਾਨ ਕਿੱਥੇ ਤੱਕ ਅਚੀਵਮੈਂਟ ਹੋਈ, ਔਰ ਜਿਹੜੀ ਸਾਨੂੰ ਐਸਪੈਕਟ ਜਿਹੜੀ ਉਮੀਦ ਸੀ ਜੇ ਉਮੀਦ ਤੋਂ ਥੱਲੇ ਹੋਈ ਹੈ, ਫਿਰ ਸਾਨੂੰ ਪਤਾ ਲੱਗਦਾ ਵੀ ਇਹਦੀਆਂ ਘਾਟਾਂ ਕਿਹੜੀਆਂ ਰਹਿ ਗਈਆਂ ਨੇ, ਇਹ ਪਤਾ ਲੱਗਦਾ ਮੁਲਾਂਕਣ ਤੋਂ। ਅਗਲੀ ਗੱਲ ਹੈ ਵੀ ਵਿਦਿਆਰਥੀ ਦੀ ਸ਼ਖਸੀਅਤ, ਉਹਦੀ ਰੁਚੀ, ਉਹਦੀ ਰਵੱਈਏ, ਐਟੀਟਿਊਡ ਜਾਂ ਅਭਿਰੁਚੀ ਬਾਰੇ, ਮਨੋਬਿਰਤੀ ਬਾਰੇ, ਔਰ ਇਹਨਾਂ ਸਾਰੀਆਂ ਦੇ ਜੋ ਨਿਰਦੇਸ਼ਨ ਹੈ ਨਾ, ਵੀ ਬੱਚੇ ਵਿੱਚ ਇਹ ਰੁਚੀਆਂ ਅਭਿਰੁਚੀਆਂ ਨੇ, ਮਨੋਬਿਰਤੀਆਂ ਨੇ, ਤੇ ਉਹਨਾਂ ਨੂੰ ਡਾਇਰੈਕਟ ਕਰਨ ਲਈ, ਉਹਨਾਂ ਨੂੰ ਨਿਰਦੇਸ਼ ਦੇਣ ਲਈ ਇੱਕ ਸਾਨੂੰ ਨਿਸ਼ਚਿਤ ਆਧਾਰ ਮਿਲ ਜਾਂਦਾ ਹੈ ਮੁਲਾਂਕਣ ਦੇ ਰਾਹੀਂ। ਦੁਬਾਰਾ ਇਸ ਨੂੰ ਸੁਣੀਏ, ਥੋੜਾ ਟਫ ਪੁਆਇੰਟ ਹੈ ਵੀ ਜਦੋਂ ਮੁਲਾਂਕਣ ਹੈ ਉਹਦੀ ਇਸ ਕਰਕੇ ਵੀ ਲੋੜ ਹੈ ਵੀ ਵਿਦਿਆਰਥੀ ਦੀ ਸ਼ਖਸੀਅਤ ਹੈ, ਉਸਦੀ ਪਰਸਨੈਲਿਟੀ ਹੈ, ਉਸਦੇ ਇੰਟਰਸਟ ਨੇ, ਉਸਦਾ ਐਟੀਟਿਊਡ, ਰਵੱਈਆ ਵਗੈਰਾ, ਅਭਿਰੁਚੀਆਂ ਨੇ, ਉਹਦੀ ਜੋ ਮਨੋਬਿਰਤੀ ਹੈ, ਸਾਈਕੋਲੋਜੀ ਹੈ, ਉਹਦੇ ਨਿਰਦੇਸ਼ਨ ਲਈ, ਉਹਨੂੰ ਚਲਾਉਣ, ਉਹਨੂੰ ਡਰਾਈਵ ਕਰਨ ਦੇ ਲਈ ਸਾਨੂੰ ਇੱਕ ਨਿਸ਼ਚਿਤ ਆਧਾਰ ਮੁਲਾਂਕਣ ਤੋਂ ਬਾਅਦ ਜਾਂ ਮੁਲਾਂਕਣ ਦੇ ਨਾਲ ਮਿਲ ਜਾਂਦਾ ਹੈ। ਲਾਸਟ ਪੁਆਇੰਟ ਹੈ ਇੱਥੇ ਸਾਡਾ ਵੀ ਇਹ ਸਿੱਖਿਆ ਵਿਧੀ ਹੈ। ਮੁਲਾਂਕਣ ਜਿਹੜੀ ਹੈ ਇਹ ਸਿੱਖਿਆ ਵਿਧੀ ਦਾ ਇੱਕ ਹਿੱਸਾ ਹੈ। ਵਿਸ਼ੇ ਵਸਤੂ ਦੀ ਸਿੱਖਿਆ ਦੇ ਦੌਰਾਨ ਜਦੋਂ ਅਸੀਂ ਕੋਈ ਵੀ ਵਿਸ਼ਾ ਵਸਤੂ ਪੜ੍ਹਾ ਰਹੇ ਹਾਂ, ਕੋਈ ਟੌਪਿਕ ਪੜ੍ਹਾ ਰਹੇ ਹਾਂ, ਉਸ ਦੀ ਸਿੱਖਿਆ, ਉਸ ਦੇ ਪ੍ਰੋਸੈਸ ਯਾਨੀ ਲਰਨਿੰਗ ਟੀਚਿੰਗ ਦੇ ਪ੍ਰੋਸੈਸ ਦੇ ਦੌਰਾਨ ਨਾਲ ਮੁਲਾਂਕਣ ਚਲੀ ਜਾਂਦਾ ਹੈ, ਔਰ ਨਾਲ ਜੋ ਦਿੱਤੀ ਜਾ ਰਹੀ ਸਿੱਖਿਆ ਉਸ ਦੀ ਜਾਂਚ ਹੋ ਜਾਂਦੀ ਹੈ, ਔਰ ਫਿਰ ਅਸੀਂ ਦੇਖਦੇ ਹਾਂ ਮੁਲਾਂਕਣ ਦੇ ਰਾਹੀਂ ਵੀ ਇਸ ਤੋਂ ਬਾਅਦ ਜੋ ਪ੍ਰੋਗਰੈਸ ਹੋਈ ਹੈ, ਜੋ ਵਿਕਾਸ ਹੋਇਆ, ਉਸ ਦਾ ਜੋ ਅਗਲਾ ਸਿੱਖਿਆ ਬਿੰਦੂ ਹੁਣ ਕਿਹੜਾ ਅਸੀਂ ਸਥਾਪਿਤ ਕਰਨਾ ਹੈ, ਇਹ ਜੋ ਸਾਰਾ ਯਾਤਰਾ ਅਸੀਂ ਇਹ ਮੁਲਾਂਕਣ ਦੇ ਆਧਾਰ 'ਤੇ ਹੀ ਸੈੱਟ ਕਰਨੀ ਹੈ। ਇਹ ਤਾਂ ਅਸੀਂ ਦੇਖ ਲਏ ਮੁਲਾਂਕਣ ਦੀ ਲੋੜ ਕਿਉਂ ਹੈ, ਇਹਦੇ 5 ਪੁਆਇੰਟ ਅਸੀਂ ਲਿਖ ਲਏ। ਹੁਣ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਕੀ ਹੈ। ਜਦੋਂ ਅਸੀਂ ਮੁਲਾਂਕਣ ਬਾਰੇ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਹੈ, ਅਸੀਂ ਪ੍ਰੀਖਿਆ ਦੀ ਗੱਲ ਕੀਤੀ ਸੀ ਪਿਛਲੀ ਵਾਰੀ। ਪ੍ਰੀਖਿਆ ਦਾ ਮਤਲਬ ਹੈ ਵੀ ਪੇਪਰ ਹੋਇਆ, ਬੱਚਿਆਂ ਦੀਆਂ ਉੱਤਰ ਕਾਪੀਆਂ ਜਾਂਚ ਹੋਈਆਂ, ਉਹਦੇ ਆਧਾਰ 'ਤੇ ਅਸੀਂ ਜਿਹੜਾ ਨੰਬਰ ਦੇ ਕੇ ਬੱਚੇ ਨੂੰ ਅਗਲੀ ਕਲਾਸ 'ਚ ਪ੍ਰਮੋਟ ਕਰ, ਉਸਨੂੰ ਅਗਲੀ ਕਲਾਸ ਚੜ੍ਹਾ ਦਿੱਤਾ, ਉਹਦਾ ਜੋ ਸੀ ਨਾ ਉਹ ਵਿਦਿਅਕ ਤੌਰ 'ਤੇ ਤਰੱਕੀ ਹੋ ਗਈ। ਪਰੰਤੂ ਜੋ ਮੁਲਾਂਕਣ ਹੈ ਨਾ, ਇਹ ਤੁਹਾਨੂੰ ਪਤਾ ਲਗਾਤਾਰ ਚੱਲਣ ਵਾਲੀ, ਉਹ ਇੱਕ ਕੌਨਸਟੈਂਟ, ਇੱਕ ਸ਼ਾਸ਼ਵਤ ਪ੍ਰਕਿਰਿਆ, ਹਮੇਸ਼ਾ ਚੱਲਣ ਵਾਲੀ। ਤੇ ਇਸ ਦੀ ਪਹਿਲੀ ਵਿਸ਼ੇਸ਼ਤਾ ਇਹ ਫਲੈਕਸੀਬਲ ਹੁੰਦੀ ਹੈ, ਇਹ ਲਚੀਲੇਪਨ ਵਾਲੀ ਹੈ। ਵੀ ਜਦੋਂ ਸਾਨੂੰ ਆਪਣੀਆਂ ਇੱਛਾਵਾਂ ਦੇ ਅਨੁਕੂਲ ਨਤੀਜੇ ਨਹੀਂ ਮਿਲਦੇ ਤਾਂ ਅਸੀਂ ਆਪਣੀ ਜੋ ਰਣਨੀਤੀ ਦੇ ਹਿਸਾਬ ਨਾਲ, ਇਸ ਵਿੱਚ ਚੇਂਜ, ਇਸ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ, ਯਾਨੀ ਉਮੀਦ ਦੇ ਹਿਸਾਬ ਨਾਲ ਜਾਂ ਚਾਹਤ ਦੇ ਹਿਸਾਬ ਨਾਲ ਇਸ ਵਿੱਚ ਅਸੀਂ ਫੇਰ ਬਦਲ ਉਸੇ ਸਮੇਂ ਕਰ ਸਕਦੇ ਹਾਂ। ਇਸ ਕਰਕੇ ਲਚੀਲੀ ਹੈ, ਫਲੈਕਸੀਬਲ ਹੈ। ਦੂਜੀ ਗੱਲ ਹੈ ਵੀ ਵਿਅਕਤੀਗਤ ਹੈ। ਜਿੰਨਾ ਵੀ ਮੁਲਾਂਕਣ ਹੈ ਇਹ ਅਸੀਂ ਦੱਸਿਆ ਹੈ ਵੀ ਇਹ ਵਿਅਕਤੀਗਤ ਹੈ। ਜਦੋਂ ਕੋਈ ਅਧਿਆਪਕ ਜਮਾਤ ਵਿੱਚ ਇਹ ਸਾਰਾ ਕੁਝ ਕਰ ਰਿਹਾ ਹੈ, ਅਧਿਆਪਨ ਦੇ ਨਾਲ ਲਰਨਿੰਗ ਪ੍ਰੋਸੈਸ ਔਰ ਟੀਚਿੰਗ ਪ੍ਰੋਸੈਸ ਦੇ ਵਿਚਕਾਰ ਉਹ ਨਾਲ ਮੁਲਾਂਕਣ ਵੀ ਕਰ ਰਿਹਾ ਹੈ। ਮੁਲਾਂਕਣ ਦੀਆਂ ਕਿਹੜੀਆਂ ਵਿਧੀਆਂ, ਇਹਦੇ ਬਾਰੇ ਵੀ ਅਸੀਂ ਗੱਲ ਕਰ ਚੁੱਕੇ ਹਾਂ, ਅੱਗੇ ਵੀ ਕਰਾਂਗੇ ਵੀ ਉਸ ਮੁਲਾਂਕਣ ਦੀਆਂ ਵਿਧੀਆਂ ਦੇ ਰਾਹੀਂ ਉਹ ਇੱਕ ਖਾਸ ਬੱਚੇ ਦੇ ਪਰਫਾਰਮੈਂਸ ਬਾਰੇ ਗੱਲ ਕਰਦਾ, ਉਹਦਾ ਮੁਲਾਂਕਣ, ਉਹਨੂੰ ਇਵੈਲੂਏਟ ਕਰਦਾ, ਉਹਦੇ ਬਾਰੇ ਜਾਂਚ ਕਰਦਾ। ਇਹਦਾ ਮਤਲਬ ਹੈ
ਵੀ ਇਹ ਜੋ ਮੁਲਾਂਕਣ ਹੈ ਇਹ ਦਰਅਸਲ ਸਾਮੂਹਿਕ ਹੁੰਦਿਆਂ ਹੋਇਆਂ ਵੀ ਵਿਅਕਤੀਗਤ ਹੈ, ਯਾਨੀ ਅਧਿਆਪਕ ਨੂੰ ਹਰ ਬੱਚੇ ਦੇ ਵਿਅਕਤੀਗਤ ਤੌਰ ਤੇ ਉਸਦੇ ਪ੍ਰੋਗਰੈਸ, ਉਸਦੀ ਤਰੱਕੀ ਬਾਰੇ ਪਤਾ ਹੈ। ਅਗਲੀ ਗੱਲ ਹੈ ਵੀ ਇਹ ਇੱਕ ਜਿੱਦਾਂ ਪ੍ਰੀਖਿਆ ਹੈ, ਸਾਲ ਵਿੱਚ ਛਮਾਈ ਹੁੰਦੀ ਹੈ, ਤਿਮਾਹੀ ਹੁੰਦੀ ਹੈ, ਅਲੱਗ-ਅਲੱਗ ਮਹੀਨੇਵਾਰੀ ਹੁੰਦੀ ਹੈ, ਇਸ ਤੋਂ ਇਲਾਵਾ ਅਲੱਗ-ਅਲੱਗ ਵਕਫੇ ਤੇ ਅਲੱਗ-ਅਲੱਗ ਅੰਤਰਾਲ ਤੇ ਪ੍ਰੀਖਿਆ ਲਈ ਜਾਂਦੀ ਹੈ। ਪਰੰਤੂ ਜੋ ਮੁਲਾਂਕਣ ਹੈ, ਜੋ ਇਵੈਲੂਏਸ਼ਨ ਹੈ, ਜਿਹੜਾ ਕਿ ਪ੍ਰੀਖਿਆ ਦੀਆਂ ਕਾਪੀਆਂ ਜਾਂਚਣ ਤੋਂ ਬਹੁਤ ਵੱਡੀ ਵਿਆਪਕ ਚੀਜ਼ ਹੈ, ਉਹ ਇੱਕ ਨਿਰੰਤਰ ਪ੍ਰਕਿਰਿਆ ਹੈ ਔਰ ਇੱਕ ਵਿਆਪਕ ਹੈ। ਵਿਆਪਕ ਦਾ ਮਤਲਬ ਉਹਦੇ ਕਿੰਨੇ ਸਾਰੇ ਉਹਦੇ ਡਾਈਮੈਂਸ਼ਨ ਹੈ, ਉਹਦੇ ਆयाम ਬੜੇ ਸਾਰੇ ਨੇ। ਅਗਲੀ ਗੱਲ ਇਹ ਦੱਸਦੇ ਹਾਂ ਵੀ ਸਾਨੂੰ ਇਹ ਗਿਆਨ ਮਿਲਦਾ ਹੈ ਮੁਲਾਂਕਣ ਦੀ ਵਿਧੀ ਦੇ ਰਾਹੀਂ, ਇਹ ਖਾਸੀਅਤ ਹੈ ਵੀ ਇਹ ਗਿਆਨ ਮਿਲਦਾ ਹੈ ਵੀ ਸਿੱਖਿਆ ਦੀ ਕਿਹੜੀ ਵਿਧੀ, ਕਿਹੜੀ ਕਿਰਿਆ ਉਪਯੋਗੀ ਹੈ। ਮੁਲਾਂਕਣ ਦੇ ਨਾਲ ਵੀ ਪਤਾ ਲੱਗਦਾ ਰਹਿੰਦਾ ਵੀ ਜੋ ਅਸੀਂ ਅਪਣਾ ਰਹੇ ਹਾਂ, ਜਿਹੜੇ ਢੰਗ ਅਸੀਂ ਅਪਣਾ, ਜਿਹੜਾ ਅਸੀਂ ਟਾਰਗੇਟ ਬਣਾ ਰਹੇ ਹਾਂ, ਜਿਹੜੇ ਅਸੀਂ ਉਦੇਸ਼ ਬਣਾ ਰਹੇ ਹਾਂ, ਉਹਨਾਂ ਉਦੇਸ਼ਾਂ ਵਿੱਚ ਕਿਹੜੀ ਵਿਧੀ ਜ਼ਿਆਦਾ ਸਕਸੈਸਫੁਲ ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ ਪ੍ਰੀਖਿਆ ਤੋਂ ਵੱਡਾ ਤੇ ਵਿਆਪਕ ਸੰਭਵ। ਜਿੱਦਾਂ ਅਸੀਂ ਤੀਸਰਾ ਵਾਲਾ ਪੁਆਇੰਟ ਕੀਤਾ ਵੀ ਪ੍ਰੀਖਿਆ ਜਿੱਥੇ ਸਿਰਫ ਅੰਕ ਦੇਣ ਨੂੰ, ਅਗਲੀ ਕਲਾਸ 'ਚ ਪ੍ਰਮੋਟ ਯਾਨੀ ਅਗਲੀ ਕਲਾਸ ਚੜ੍ਹਨ ਨੂੰ ਜੇ ਬੱਚੇ ਉਹਦਾ ਆਧਾਰ ਤਿਆਰ ਕਰਦੀ ਹੈ, ਪਰੰਤੂ ਜੋ ਮੁਲਾਂਕਣ ਹੈ ਉਹ ਪ੍ਰੀਖਿਆ ਤੋਂ ਕਿਤੇ ਵੱਡਾ ਔਰ ਲਗਾਤਾਰ, ਉਹ ਕੋਈ ਜੋ ਮੁਲਾਂਕਣ ਹੈ ਉਹ ਕੋਈ ਖਾਸ ਪ੍ਰੀਖਿਆ ਵਰਗੇ ਨਤੀਜੇ ਪੈਦਾ ਕਰਨ ਲਈ ਨਹੀਂ ਹੈ, ਸਗੋਂ ਉਹ ਨਤੀਜਿਆਂ ਤੋਂ ਬਾਅਦ ਜਿਹੜੇ ਰੁਝਾਨ ਪੈਦਾ ਹੋਏ ਨੇ, ਨਤੀਜੇ ਤੋਂ ਬਾਅਦ ਹੋਰ ਕਿਹੜੀਆਂ ਕਮੀਆਂ ਰਹਿ ਗਈਆਂ, ਹੋਰ ਕਿਹੜੀ ਚੰਗੀਆਂ ਗੱਲਾਂ ਅਸੀਂ ਇਹਨੂੰ ਅਡਾਪਟ ਕਰੀਏ ਕਿ ਬੱਚੇ ਦਾ ਜੋ ਸਰਵਪੱਖੀ ਵਿਕਾਸ ਹੈ ਉਹ ਚੰਗੇ ਤਰੀਕੇ ਨਾਲ ਹੋ ਸਕੇ। ਇਸ ਦਾ ਮਤਲਬ ਹੈ ਪ੍ਰੀਖਿਆ ਤੋਂ ਵੱਡਾ ਤੇ ਵਿਆਪਕ ਸੰਕਲਪ ਯਾਨੀ ਕੰਸੈਪਟ ਯਾਨੀ ਅਵਧਾਰਣਾ ਹੈ। 6ਵਾਂ ਪੁਆਇੰਟ ਹੈ ਸਿੱਖਿਆ ਵਿਵਸਥਾ ਦਾ ਤਰਕਸੰਗਤ ਵਿਸ਼ਲੇਸ਼ਣ ਤੇ ਸੁਧਾਰ। ਵੀ ਜਿਹੜੀ ਅਸੀਂ ਸਿੱਖਿਆ ਪ੍ਰੋਸੈਸ ਚੱਲ ਰਿਹਾ, ਸਿੱਖਿਆ ਦੀ ਵਿਵਸਥਾ ਸਾਡੀ ਚੱਲ ਰਹੀ ਹੈ, ਉਹਦਾ ਅਸੀਂ ਇੱਕ ਲੌਜੀਕਲ ਵਿਸ਼ਲੇਸ਼ਣ ਕਰਦੇ ਹਾਂ। ਵਿਸ਼ਲੇਸ਼ਣ ਦਾ ਮਤਲਬ ਹੈ ਵੀ ਉਹਦੇ ਹਰ ਪੱਖ ਤੋਂ, ਉਹਦੇ ਹਰ ਹਿੱਸੇ ਨੂੰ ਖੋਲ ਕੇ, ਯਾਨੀ ਹਰ ਹਿੱਸੇ ਦਾ ਅਧਿਐਨ ਕਰਕੇ ਅਸੀਂ ਇੱਕ ਵਿਚਾਰ ਬਣਾਉਣਾ। ਇਸ ਦਾ ਮਤਲਬ ਜੋ ਮੁਲਾਂਕਣ ਹੈ ਇਹ ਤਰਕਸੰਗਤ ਵਿਸ਼ਲੇਸ਼ਣ ਕਰਦਾ ਹੈ, ਵਿਸ਼ਲੇਸ਼ਣ ਨਹੀਂ ਕਰਦਾ। ਵਿਸ਼ਲੇਸ਼ਣ ਕਰਨ ਤੋਂ ਬਾਅਦ ਉਸਦੇ ਸੁਧਾਰ ਦੀ ਕੀ ਸੰਭਾਵਨਾ ਹੈ ਔਰ ਸੁਧਾਰ ਵੱਲ ਉਹ ਅਗਰਸਰ ਹੁੰਦਾ ਹੈ, ਯਾਨੀ ਸੁਧਾਰ ਵੱਲ ਨੂੰ ਚੱਲਦਾ ਹੈ। ਸਾਡਾ ਇੱਥੇ ਲਾਸਟ ਪੁਆਇੰਟ ਹੈ ਵੀ ਇਹ ਸਾਧਨ ਹੈ ਮੁਲਾਂਕਣ, ਇਹ ਇੱਕ ਟੂਲ ਹੈ ਸਾਡਾ, ਪਰ ਇਹ ਉਦੇਸ਼ ਨਹੀਂ ਹੈ, ਇਹ ਕੋਈ ਐਂਡ ਪੁਆਇੰਟ ਨਹੀਂ ਹੈ। ਇਸ ਤੋਂ ਅੱਗੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਮੁਲਾਂਕਣ ਦੇ ਨਾਲ। ਮੁਲਾਂਕਣ ਤੋਂ ਬਾਅਦ ਦੀਆਂ ਜਿਹੜੇ ਕਿ ਅਸੀਂ ਬੱਚੇ ਦੇ ਸਰਵਪੱਖੀ ਵਿਕਾਸ ਲਈ ਅਜੇ ਕਰਨੀਆਂ ਨੇ, ਕੀਤੇ ਗਏ ਕਾਰਜਾਂ ਦੀ ਸਾਰਥਕਤਾ ਦਾ ਪਤਾ ਲੱਗਦਾ ਹੈ ਵੀ ਉਹ ਕਿਹੜੀਆਂ ਚੀਜ਼ਾਂ ਕਿੱਥੇ ਤੱਕ ਸਾਰਥਕ, ਕਿੱਥੇ ਤੱਕ ਸਫਲ ਹੋਈਆਂ। ਇਸ ਦਾ ਮਤਲਬ ਹੈ ਕਿ ਮੁਲਾਂਕਣ ਦੀ ਲੋੜ ਕਿਉਂ ਸੀ, ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ। ਇਸ ਤੋਂ ਬਾਅਦ ਅਸੀਂ ਅਗਲਾ ਟੌਪਿਕ ਕਰਦੇ ਹਾਂ ਮੁਲਾਂਕਣ ਬਾਰੇ। ਮੁਲਾਂਕਣ ਦੀ ਲੋੜ ਅਤੇ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਤੋਂ ਬਾਅਦ ਅਸੀਂ ਮੁਲਾਂਕਣ ਦੀ ਇਵੈਲੂਏਸ਼ਨ ਦਾ ਮਹੱਤਵ ਨਹੀਂ, ਉਹਦੀ ਇੰਪੋਰਟੈਂਸ ਬਾਰੇ ਗੱਲ ਕਰਦੇ ਹਾਂ। ਜਿਹੜੀ ਮੁਲਾਂਕਣ ਹੈ ਉਹਦੀ ਇੰਪੋਰਟੈਂਸ ਯਾਨੀ ਉਹਦਾ ਮਹੱਤਵ ਬਹੁਤ ਜ਼ਿਆਦਾ ਹੈ। ਇਹ ਇਸ ਕਰਕੇ ਵੀ ਜ਼ਿਆਦਾ ਹੈ ਕਿਉਂਕਿ ਮੁਲਾਂਕਣ ਜਿਹੜਾ ਹੈ ਉਹ ਬਹੁਤ ਵਿਆਪਕ ਹੈ। ਪ੍ਰੀਖਿਆ ਦੇ ਅੰਕਨ ਨਾਲੋਂ, ਪ੍ਰੀਖਿਆ ਦੀਆਂ ਆਨਸਰ ਸ਼ੀਟ ਦੇ ਨੰਬਰ ਦੇਣ ਨਾਲੋਂ ਇਹ ਕਿਤੇ ਵੱਧ ਵੱਡੀ ਵਿਆਪਕ ਖੇਤਰ ਵਾਲੀ ਹੈ ਔਰ ਇਸ ਦਾ ਕੰਮ ਸਿਰਫ ਅੰਕਨ ਯਾਨੀ ਨੰਬਰ ਮਾਰਕਸ ਦੇਣਾ ਨਹੀਂ, ਸਗੋਂ ਬੱਚੇ ਦੇ ਸਰਵਪੱਖੀ ਵਿਕਾਸ ਬਾਰੇ ਜੋ ਨਿੱਘਰ ਯਾਨੀ ਸੋਲਿਡ ਕੰਮ ਕਰਨਾ ਹੈ। ਜਦੋਂ ਅਸੀਂ ਇਸ ਦੇ ਮੁਲਾਂਕਣ ਦੇ ਮਹੱਤਵ ਦਾ ਪਹਿਲਾ ਪੁਆਇੰਟ ਦੇਖਦੇ ਹਾਂ, ਸਾਨੂੰ ਪਤਾ ਲੱਗਦਾ ਹੈ ਵੀ ਇਸ ਦਾ ਇਹ ਮਹੱਤਵ ਹੈ ਕਿ ਜੋ ਮੁਲਾਂਕਣ ਹੈ ਨਾ ਉਹ ਗਿਆਨ ਦੇ ਵਾਧੇ ਵਿੱਚ ਸਹਾਈ ਹੁੰਦਾ ਹੈ। ਕਿਸ ਤਰ੍ਹਾਂ ਵੀ ਜੋ ਅਧਿਆਪਕ ਹੈ ਔਰ ਜੋ ਵਿਦਿਆਰਥੀ ਹੈ, ਜਦੋਂ ਉਹਨਾਂ ਦੇ ਦੋਨਾਂ ਦਾ ਮੁਲਾਂਕਣ ਨਾਲ ਚੱਲਦਾ ਹੈ ਤਾਂ ਫਿਰ ਸਾਨੂੰ ਇਹ ਪਤਾ ਲੱਗਦਾ ਹੈ ਵੀ ਇਸ ਵਿੱਚ ਦੋਹਾਂ ਦੇ ਗਿਆਨ ਦਾ ਵਾਧਾ ਹੁੰਦਾ ਹੈ। ਜਦੋਂ ਮੁਲਾਂਕਣ ਚੱਲਦਾ ਹੈ ਅਧਿਆਪਕ ਨੂੰ ਆਪਣੀਆਂ ਗਲਤੀਆਂ, ਆਪਣੀਆਂ ਕਮੀਆਂ, ਆਪਣੀਆਂ ਵਿਸ਼ੇਸ਼ਤਾਵਾਂ ਦਾ ਪਤਾ ਲੱਗਦਾ ਹੈ, ਬੱਚੇ ਨੂੰ ਆਪਣੇ ਸੀਮਤ ਖੇਤਰਾਂ ਦੀ ਸੀਮਤਤਾ ਦਾ ਪਤਾ ਲੱਗਦਾ ਹੈ, ਤੇ ਇਹਦਾ ਮਤਲਬ ਗਿਆਨ ਦੇ ਵਾਧੇ ਵਿੱਚ ਸਹਾਇਕ ਹੈ ਅਧਿਆਪਕਾਂ ਦੇ ਵੀ ਔਰ ਵਿਦਿਆਰਥੀਆਂ ਦੇ ਵੀ। ਕਿਉਂਕਿ ਇਹ ਕੁਦਰਤੀ ਸੁਭਾਅ ਹੈ ਕਿਸੇ ਵੀ ਗੱਲ ਦਾ ਵੀ ਮੁਲਾਂਕਣ ਤੋਂ ਬਿਨਾਂ ਕੋਈ ਵੀ ਕਾਰਜ ਕੀਤਾ ਜਾਵੇ, ਭਾਵੇਂ ਮੁਲਾਂਕਣ ਰਸੋਈ ਵਿੱਚ ਰੋਟੀ ਬਣਾਉਣਾ, ਜੇ ਤੁਹਾਡੇ ਕੋਈ ਕਾਰਜ ਦਾ, ਤੁਹਾਡੀ ਬਣਾਈ ਹੋਈ ਵਿਧੀ ਦਾ, ਤੁਹਾਡੇ ਰੈਸਿਪੀ ਦਾ ਕੋਈ ਮੁਲਾਂਕਣ ਨਹੀਂ ਕਰੇਗਾ ਵੀ ਸਵਾਦ ਬਣੀ ਹੈ, ਇਹ ਕਮੀ ਹੈ, ਇਹ ਖਾਸੀਅਤ ਹੈ, ਤੇ ਰੋਜ਼-ਰੋਜ਼ ਜਦੋਂ ਕੋਈ ਕਿਸੇ ਦੀ ਰਸੋਈ ਦੇ ਤਰੀਕੇ ਦੀ ਸਿਫਤ ਨਹੀਂ ਕਰੇਗਾ ਤਾਂ ਰਸੋਈ ਬਣਾਉਣ ਦੇ, ਪਕਵਾਨ ਜਾਂ ਭੋਜਨ ਬਣਾਉਣ ਦੇ ਤਰੀਕੇ ਵਿੱਚ ਢਿੱਲਾਪਣ ਯਾਨੀ ਸ਼ਿਥਿਲਤਾ ਔਰ ਆਲਸ ਆ ਜਾਏਗਾ। ਇਸ ਤੋਂ ਇਲਾਵਾ ਜਿਤਨੇ ਵੀ ਖੇਤਰ ਨੇ, ਭਾਵੇਂ ਉਹ ਬਿਜ਼ਨਸ ਦੇ ਖੇਤਰ ਨੇ, ਰਾਜਨੀਤੀ ਦੇ ਖੇਤਰ ਨੇ, ਭਾਵੇਂ ਆਰਟ ਦੇ ਖੇਤਰ ਨੇ, ਜਦੋਂ ਤੱਕ ਮੁਲਾਂਕਣ ਨਹੀਂ ਕੀਤਾ ਜਾਂਦਾ ਨਾ, ਇਵੈਲੂਏਸ਼ਨ ਕੀਤੇ ਗਏ ਕੰਮ ਦੀ ਨਹੀਂ ਕੀਤੀ ਜਾਂਦੀ, ਉਸ ਕਾਰਜ ਵਿੱਚ ਬੜੀ ਸ਼ਿਥਿਲਤਾ ਆ ਜਾਂਦੀ ਹੈ, ਬੜਾ ਢਿੱਲਾਪਣ ਆ ਜਾਂਦਾ ਹੈ ਔਰ ਕਿਰਿਆਹੀਨਤਾ ਹੋ ਜਾਂਦੀ ਹੈ। ਯਾਨੀ ਉਹ ਕਹਿੰਦਾ ਉਹਦੀ ਜੋ ਗਤੀ ਹੈ ਉਹ ਜ਼ਿਆਦਾ ਤੇਜ਼ ਨਹੀਂ ਹੋ ਪਾਉਂਦੀ। ਪਰੰਤੂ ਜਦੋਂ ਅਸੀਂ ਇਵੈਲੂਏਸ਼ਨ ਕਰਦੇ ਹਾਂ, ਨਾਲੋਂ ਨਾਲ ਚੱਲਦਾ ਔਰ
ਕਰਨ ਵਾਲੀ ਨਹੀਂ, ਕਰਤਾ ਨੂੰ ਆਪਣੇ ਕੀਤੇ ਗਏ ਕੰਮ ਬਾਰੇ ਉਸੇ ਸਮੇਂ ਫੀਡਬੈਕ ਮਿਲਦਾ ਹੈ, ਪੋਜ਼ਿਟਿਵ ਜਾਂ ਨੈਗੇਟਿਵ, ਤੇ ਉਸਦੇ ਕੰਮ ਵਿੱਚ ਗਤੀਸ਼ੀਲਤਾ ਆਉਂਦੀ ਹੈ, ਸਥਿਰਤਾ ਤੇ ਕ੍ਰਿਆਹੀਨਤਾ ਦੂਰ ਹੋ ਜਾਂਦੀ ਹੈ। ਇਹ ਇਸ ਦਾ ਮੁਲੰਕਣ ਦਾ ਮਹੱਤਵ ਹੈ। ਮੁਲੰਕਣ ਦੇ ਮਹੱਤਵ ਦਾ ਦੂਜਾ ਪੁਆਇੰਟ ਦੇਖਦੇ ਹਾਂ ਵੀ ਵਿਅਕਤੀਗਤ ਸਿੱਖਿਆ ਵਿੱਚ ਸਹਾਇਕ ਹੈ ਮੁਲੰਕਣ। ਜਮਾਤ ਵਿੱਚ ਅਧਿਆਪਕ ਦੇ ਸਾਹਮਣੇ ਜੇ ਮੰਨ ਲਓ 40 ਬੱਚੇ ਨੇ, 40 ਬੱਚੇ 40 ਅਲੱਗ-ਅਲੱਗ ਪਰਸਨੈਲਿਟੀਜ਼ ਨੇ, ਅਲੱਗ-ਅਲੱਗ ਵਿਅਕਤੀਤਵ ਨੇ। ਜਦੋਂ ਅਸੀਂ ਮੁਲੰਕਣ ਕਰਦੇ ਹਾਂ ਤੇ ਜੋ ਅਧਿਆਪਕ ਹੈ ਉਹ ਹਰੇਕ ਬੱਚੇ ਦਾ ਵਿਅਕਤੀਗਤ ਮੁਲੰਕਣ ਕਰ ਸਕਦਾ ਹੈ, ਕਿਉਂਕਿ ਹਰੇਕ ਦੀ ਜੋ ਸਿੱਖਣ ਦੀ ਗਤੀ ਹੈ ਉਹ ਭਿੰਨ ਹੈ। ਉਹਦੀਆਂ ਆਪਣੀਆਂ ਰੁਚੀਆਂ ਨੇ, ਆਪਣੀ ਸਪੀਡ, ਆਪਣੀ ਗਤੀ ਹੈ, ਉਹਦੀਆਂ ਅਭਿਰੁਚੀਆਂ ਨੇ, ਉਹਦੇ ਸਿੱਖਣ ਦੇ ਜੋ ਤਰੀਕਿਆਂ ਵਿੱਚ ਬਹੁਤ ਸਾਰਾ ਫਰਕ ਹੈ। ਜਿੱਦਾਂ ਅਸੀਂ ਪਹਿਲੇ ਗੱਲ ਕੀਤੀ ਸੀ, ਕਈ ਬੱਚੇ ਆਡੀਟਰੀ ਹੁੰਦੇ ਯਾਨੀ ਉਹ ਸੁਣ ਕੇ ਸਿੱਖਦੇ ਹੈ, ਕਈ ਬੱਚੇ ਜਿਹੜੇ ਕਾਈਨੈਸਟਿਕ ਹੁੰਦੇ ਯਾਨੀ ਉਹ ਕਰਕੇ ਵੇਖਦੇ ਆ, ਔਰ ਕਈ ਬੱਚੇ ਜਿਹੜੇ ਨੇ ਨਾ ਉਹ ਸੁਣ ਕੇ ਜਿਹੜੇ ਹੈ ਨਾ ਸੁਣ ਕੇ ਬੋਲ ਕੇ, ਇਸ ਤਰ੍ਹਾਂ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਬੱਚੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਨੇ। ਹੁਣ ਜੋ ਮੁਲੰਕਣ ਹੈ ਇਹ ਬੱਚੇ ਦੀ ਵਿਅਕਤੀਗਤ ਸਿੱਖਿਆ, ਪਰਸਨਲ ਯਾਨੀ ਉਹਦੀ ਇੱਕਦਮ ਵਿਅਕਤੀਗਤ ਸਿੱਖਿਆ ਵਿੱਚ ਸਹਿਯੋਗ ਦਿੰਦਾ ਹੈ। ਅਗਲਾ ਹੈ ਵਿਆਪਕ ਖੇਤਰ। ਮੁਲੰਕਣ ਵਿਆਪਕ ਖੇਤਰ ਵਾਲਾ ਹੈ ਇਹ, ਕਿਉਂਕਿ ਇਹ ਬੱਚੇ ਦੀ ਜੋ ਸ਼ਖਸੀਅਤ ਹੈ, ਜਿਸਦੀ ਪਰਸਨੈਲਿਟੀ ਹੈ ਨਾ, ਉਹਦੇ ਲਈ ਜ਼ਰੂਰੀ ਸੂਚਨਾਵਾਂ ਉਪਲਬਧ ਕਰਾਉਂਦੇ। ਐਸੀਆਂ ਸੂਚਨਾਵਾਂ ਜੋ ਉਸਦੀ ਰੁਚੀ, ਉਸਦੀ ਅਭਿਰੁਚੀ, ਉਸਦੀਆਂ ਜਿਗਿਆਸਾਵਾਂ, ਜੋ ਵੀ ਬੱਚੇ ਦਾ ਮਨੋਵਿਗਿਆਨ ਹੈ ਉਸ ਬਾਰੇ ਜ਼ਰੂਰੀ ਜੋ ਰॉ ਮਟੀਰੀਅਲ ਹੈ ਉਹ ਉਪਲਬਧ ਕਰਾਉਂਦਾ ਹੈ। ਤੇ ਇਸ ਦੇ ਆਧਾਰ ਤੇ ਹੀ ਫਿਰ ਸਿੱਖਿਆ ਦੇ ਉਦੇਸ਼, ਸਿੱਖਿਆ ਦੀਆਂ ਵਿਧੀਆਂ, ਸਿੱਖਿਆ ਦਾ ਪਾਠਕ੍ਰਮ, ਇਸ ਸੁਧਾਰ ਔਰ ਸੁਧਾਰਾਂ ਦੇ ਉਪਾਅ ਜਿਹੜੇ ਨੇ ਜੋ ਵੀ ਉਹ ਮੁਕਰਰ ਯਾਨੀ ਨਿਯਤ ਕੀਤੇ ਜਾ ਸਕਦੇ ਨੇ। ਇਸ ਕਰਕੇ ਮੁਲੰਕਣ ਦਾ ਮਹੱਤਵ ਹੈ ਵੀ ਇਸ ਦਾ ਖੇਤਰ ਬੜਾ ਵਿਆਪਕ ਹੈ, ਕਿਉਂਕਿ ਇਹ ਬੱਚੇ ਦੇ ਮਨੋਵਿਗਿਆਨ ਨਾਲ ਜੁੜਿਆ ਹੈ ਤੇ ਮਨੋਵਿਗਿਆਨ ਲਈ ਇਹ ਜਿਹੜਾ ਨਾ ਬੱਚੇ ਨੂੰ ਉਸ ਦੇ ਸੁਧਾਰ ਲਈ ਜੋ ਅਧਿਆਪਕ ਹੈ ਉਸ ਨੂੰ ਜ਼ਰੂਰੀ ਸੂਚਨਾਵਾਂ ਉਪਲਬਧ ਕਰਾਉਂਦਾ ਹੈ, ਜਿਸ ਨਾਲ ਜੋ ਸਿੱਖਿਆ ਸ਼ਾਸਤਰੀ ਨੇ, ਜੋ ਮਾਹਿਰ ਨੇ ਜਾਂ ਜੋ ਅਧਿਆਪਕ ਹੈ ਉਹ ਸਿੱਖਿਆ ਦੇ ਉਦੇਸ਼ ਨਿਯਤ ਕਰ ਸਕਦਾ ਹੈ, ਉਹਦੀਆਂ ਵਿਧੀਆਂ ਫੇਰ ਬਦਲ ਕਰਕੇ ਸੈੱਟ ਕਰ ਸਕਦਾ ਹੈ ਔਰ ਪਾਠ्यक्रम ਵਿੱਚ ਸੁਧਾਰ ਕਰ ਸਕਦਾ ਹੈ, ਔਰ ਉਸ ਦੇ ਸੁਧਾਰ ਵਿੱਚ ਕਿਹੜੇ-ਕਿਹੜੇ ਉਪਾਅ ਹੋਰ ਕੀਤੇ ਜਾ ਸਕਦੇ ਨੇ ਉਹ ਸੁਝਾਏ ਜਾ ਸਕਦੇ ਮੁਲੰਕਣ ਦੇ ਆਧਾਰ ਤੇ। ਦੂਸਰੀ ਗੱਲ ਜੋ ਭਾਸ਼ਾ ਕੌਸ਼ਲ ਨੇ ਵੀ ਬੱਚਾ ਲਿਖ ਸਕਦਾ ਹੈ, ਬੋਲ ਸਕਦਾ ਹੈ, ਸੁਣ ਸਕਦਾ ਹੈ ਔਰ ਪੜ੍ਹ ਸਕਦਾ ਹੈ। ਇਹ ਜੋ 4 ਕੌਸ਼ਲ ਨੇ ਇਹਨਾਂ ਭਾਸ਼ਾ ਕੌਸ਼ਲਾਂ 'ਚ ਨਿਪੁੰਨਤਾ ਦਾ ਮਾਪਨ ਹੈ। ਮੰਨ ਲਓ ਕਿ ਬੱਚੇ ਲਿਖ ਤਾਂ ਲੈਂਦੇ ਹੈ, ਬੱਚੇ ਯਾਦ ਵੀ ਕਰ ਲੈਂਦੇ ਹੈ, ਪਰ ਬੱਚਿਆਂ ਵਿੱਚ ਕਿਰਿਆਸ਼ੀਲਤਾ ਨਹੀਂ ਆ ਪਾਉਂਦੀ, ਔਰ ਬੱਚੇ ਜਿਹੜੇ ਨਾ ਉਹ ਲਿਖ ਤੇ ਲੈਂਦੇ ਹੈ ਪਰ ਉਹਨਾਂ ਸਿਰਜਨਾਤਮਕਤਾ ਨਹੀਂ ਆ ਪਾਉਂਦੀ। ਜਦੋਂ ਅਸੀਂ ਦੇਖਦੇ ਹਾਂ ਵੀ ਬੱਚੇ ਦੇ ਜੋ ਪੜ੍ਹਨ ਕੌਸ਼ਲ ਨੇ ਯਾਨੀ ਬੱਚਾ ਪੜ੍ਹ ਲੈਂਦਾ, ਬੱਚਾ ਲਿਖ ਲੈਂਦਾ, ਬੱਚਾ ਸੁਣ ਲੈਂਦਾ, ਬੱਚਾ ਬੋਲ ਲੈਂਦਾ, ਇਹਨਾਂ ਵਿੱਚ ਕੋਈ ਵੀ ਇੱਕ ਜਿਹੜਾ ਕੌਸ਼ਲ ਹੈ ਉਹ ਡਾਊਨ ਹੋ ਜਾਂਦਾ, ਉਹ ਢਿੱਲਾ ਪੈ ਜਾਂਦਾ, ਤਾਂ ਵਿਦਿਆ ਦੀ ਜੋ ਸਕਾਰਾਤਮਕਤਾ ਹੈ ਯਾਨੀ ਜੋ ਪੋਜ਼ਿਟਿਵ ਜੋ ਉਸ 'ਤੇ ਕਿੰਤੂ ਹੋ ਜਾਂਦਾ। ਇਹਨਾਂ ਦਾ ਮਤਲਬ ਵੀ ਸਾਡੇ ਕਰਾਏ ਗਏ ਯਤਨ ਜਿਹੜੇ ਉਹ ਸਫਲ ਨਹੀਂ ਹੋ ਪਾ ਰਹੇ। ਇੱਥੇ ਜੋ ਭਾਸ਼ਾ ਕੌਸ਼ਲ ਹੈ ਜੋ ਨਿਪੁੰਨਤਾ ਦਾ ਮਾਪਨ ਕਰਦਾ ਹੈ। ਜਦੋਂ ਕੋਈ ਅਧਿਆਪਕ ਜਾਂ ਮਾਹਰ ਜਾਂ ਕੋਈ ਵਿਗਿਆਨੀ ਬੱਚਿਆਂ ਦੀ ਕੁਸ਼ਲਤਾ ਦਾ ਮਾਪਨ ਕਰਦਾ ਹੈ ਤਾਂ ਉਹ ਸਾਰੇ ਕੌਸ਼ਲ ਮਾਪਦਾ ਹੈ। ਅਗਲਾ ਪੁਆਇੰਟ ਹੈ ਚੌਥਾ, ਉਹ ਹੈ ਭਾਸ਼ਾ ਕੌਸ਼ਲਾਂ ਵਿੱਚ ਨਿਪੁੰਨਤਾ ਦਾ ਮਾਪਨ। ਭਾਸ਼ਾ ਕੌਸ਼ਲ ਅਸੀਂ ਜਿੱਦਾਂ ਕਰ ਚੁੱਕੇ ਹਾਂ, ਬੱਚਾ ਸੁਣ ਸਕਦਾ ਹੈ, ਬੱਚਾ ਬੋਲ ਸਕਦਾ ਹੈ, ਬੱਚਾ ਲਿਖ ਸਕਦਾ ਹੈ। ਇਹ ਜੋ 4 ਭਾਸ਼ਾ ਕੌਸ਼ਲ ਨੇ ਇਹਨਾਂ ਵਿੱਚ ਨਿਪੁੰਨਤਾ ਦਾ ਮਾਪਨ ਕਰਨ 'ਚ ਸਹਾਇਕ ਹੁੰਦਾ ਮੁਲੰਕਣ। ਇਸ ਕਰਕੇ ਇਸ ਦਾ ਮਹੱਤਵ ਹੈ। ਹੁਣ ਕਰਦਾ ਕੀ ਹੈ ਵੀ ਜਿਤਨੇ ਵੀ ਕੌਸ਼ਲ ਨੇ ਬੱਚੇ ਦੇ ਚਾਰੋਂ ਉਸ ਨੂੰ ਸਹੀ ਮਾਪਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਮਾਪਦਾ ਹੈ ਫਿਰ ਜੋ ਵਿਸ਼ੇ ਦੀ ਪਾਠ ਦੀ ਵਿਸ਼ੇ ਵਸਤੂ ਦਾ ਅਧਿਐਨ ਚੱਲ ਰਿਹਾ ਹੈ, ਵਿਸ਼ੇ ਵਸਤੂ ਦੇ ਆਧਾਰ ਤੇ ਫਿਰ ਅੱਗੋਂ ਉਸ ਬਾਰੇ ਜੋ ਚਿੰਤਨ ਕਰਦਾ ਅਧਿਆਪਕ ਜਾਂ ਭਾਸ਼ਾ ਸ਼ਾਸਤਰੀ ਜਾਂ ਮਾਹਰ, ਇਸ ਮੁਲੰਕਣ ਦੁਆਰਾ ਬੱਚੇ ਦੇ ਚਿੰਤਨ, ਬੱਚੇ ਦੀ ਤਰਕਸ਼ੀਲਤਾ, ਬੱਚੇ ਦੀ ਸਰਜਨਸ਼ੀਲਤਾ ਨੂੰ ਉਤਸ਼ਾਹ ਮਿਲਦਾ। ਇਸ ਕਰਕੇ ਵੀ ਜੋ ਮੁਲੰਕਣ ਹੈ ਬਹੁਤ ਮਹੱਤਵਪੂਰਨ ਹੈ। ਇਸ ਦਾ ਅਗਲਾ ਪੁਆਇੰਟ ਦੇਖਦੇ ਹਾਂ, ਸਰਵਪੱਖੀ ਸ਼ਖਸੀਅਤ ਦੇ ਵਿਕਾਸ ਵਿੱਚ ਬੜਾ ਸਹਾਇਕ ਹੈ ਮੁਲੰਕਣ ਵਿੱਚ ਜਦੋਂ ਅਸੀਂ ਪ੍ਰੀਖਿਆ ਬਾਰੇ ਗੱਲ ਕਰ ਚੁੱਕੇ ਹਾਂ ਤੇ ਪ੍ਰੀਖਿਆ ਬੱਚੇ ਦਾ ਸਹੀ ਮੁਲੰਕਣ ਨਹੀਂ ਕਰ ਸਕਦੀ। ਹੋ ਸਕਦਾ ਵੀ ਕਿਸੇ ਕਾਰਨ ਕਰਕੇ ਬੱਚਾ ਲਿਖ ਨਾ ਪਾਇਆ ਹੋਏ, ਬੱਚੇ ਦੇ ਅੰਕ ਪੂਰੇ ਨਾ ਮਿਲੇ ਹੋਣ, ਪਰੰਤੂ ਜਿੱਦਾਂ ਅੱਜ ਕੱਲ੍ਹ ਬੋਰਡ, ਜਿੱਦਾਂ ਅਸੀਂ CBSE ਦੀ ਪਹਿਲੇ ਵੀ ਗੱਲ ਕੀਤੀ ਹੈ, ਉਹਦੇ ਅੰਦਰ ਜੋ 20 ਅੰਕ ਨੇ ਉਹ ਬੱਚੇ ਦੇ ਸਰਵਪੱਖੀ ਵਿਕਾਸ, ਸਾਰੇ ਕੌਸ਼ਲਾਂ, ਸਾਰੇ ਉਦੇਸ਼ਾਂ ਦੀ ਪ੍ਰਾਪਤੀ ਹੋਈ ਹੈ ਕਿ ਨਹੀਂ, ਇਸ ਬਾਰੇ 20 ਨੰਬਰ ਨਿਯਤ ਕੀਤੇ ਨੇ ਜੋ ਸਕੂਲ ਆਪਣੇ ਵੱਲੋਂ ਸਮੇਂ-ਸਮੇਂ ਤੇ ਬੱਚੇ ਨੂੰ ਓਬਜ਼ਰਵ ਕਰਕੇ, ਉਸਦਾ ਸਰਵੇਖਣ ਕਰਕੇ ਜੋ ਵੀ ਨਤੀਜੇ ਕੱਢਦਾ ਉਸ ਨੂੰ ਅੰਕਾਂ ਵਿੱਚ ਢਾਲ ਕੇ ਤੇ ਉਹ ਜਿਹੜੇ 20 ਅੰਕ ਨੇ ਉਹ ਬੱਚੇ ਦੀ ਜੋ ਸਰਵਪੱਖੀ ਸ਼ਖਸੀਅਤ ਨੂੰ ਉਹਦੇ ਬਾਰੇ ਚਾਨਣਾ ਪਾਉਂਦੇ ਨੇ। ਹੁਣ ਇਹ ਜੋ ਮੁਲੰਕਣ ਹੈ ਬੱਚੇ ਦੇ ਸਰਵਪੱਖੀ ਸ਼ਖਸੀਅਤ ਦੇ ਵਿਕਾਸ ਵਿੱਚ ਸਹਾਇਕ ਹੁੰਦਾ ਹੈ। ਜੋ ਬੱਚੇ ਦੀ ਸਰਵਪੱਖੀ ਸ਼ਖਸੀਅਤ ਹੈ, ਸੰਪੂਰਨ ਸ਼ਖਸੀਅਤ ਹੈ, ਉਸ ਦੇ ਪਰੀਖਣ ਦਾ ਆਧਾਰ ਬਣਦਾ ਮੁਲੰਕਣ। ਜਦੋਂ
ਅਧਿਆਪਕ ਆਪਣੀ ਜਮਾਤ ਵਿੱਚ ਪੜ੍ਹਾਉਂਦਾ ਹੈ, ਉਹਨੂੰ ਰੀਡਿੰਗ ਕਰਾਉਂਦਾ ਹੈ, ਉਸ ਨੂੰ ਰਾਈਟਿੰਗ ਕਰਾਉਂਦਾ ਹੈ, ਉਸ ਨੂੰ ਜਿਹੜਾ ਵਾਚਨ ਯਾਨੀ ਰੀਡਿੰਗ ਕਰਾਉਂਦਾ, ਪੜ੍ਹਨ ਕਰਾਉਂਦਾ, ਸੁਣਦਾ ਉਸ ਕੋਲੋਂ ਜਿੰਨੇ ਵੀ ਬੱਚੇ ਦੇ ਕੌਸ਼ਲ ਨੇ ਇਸ ਦੇ ਹਿਸਾਬ ਨਾਲ ਦੇਖਦਾ ਹੈ ਕਿ ਬੱਚੇ ਨੇ ਗ੍ਰਹਿਣ ਕਿੰਨਾ ਕੁ ਕੀਤਾ ਹੈ, ਬੱਚੇ ਨੇ ਉਸ ਦਾ ਪ੍ਰਗਟਾਵਾ ਕਿੰਨਾ ਕੁ ਕੀਤਾ ਹੈ, ਬੱਚੇ ਦਾ ਜੋ ਸੋਚ ਗੁਣ ਨੇ ਐਸਥੈਟੀਕਲ ਵੈਲਿਊ ਕਿੰਨੀਆਂ ਕੁ ਹੋਈਆਂ, ਔਰ ਬੱਚੇ ਦੀ ਸਿਰਜਨਾਤਮਕ ਗੁਣਾਂ ਵਿੱਚ ਕੀ ਵਾਧਾ ਹੋਇਆ। ਇਹ ਜੋ ਸਾਰੀਆਂ ਚੀਜ਼ਾਂ ਨੇ ਨਾ, ਇਸ ਦੇ ਆਧਾਰ ਤੇ ਬੱਚੇ ਨੂੰ ਅੰਕ ਦੇ ਕੇ, ਔਰ ਨਾਲ ਸਿਰਫ ਅੰਕ ਦੇਣੇ ਨਹੀਂ ਹੈ, ਅੰਕ ਦੇਣ ਤੋਂ ਇਲਾਵਾ ਉਸ ਨੂੰ ਪ੍ਰੋਤਸਾਹਿਤ ਕਰਨਾ, ਉਸ ਦੇ ਜਿਹੜਾ ਕੌਸ਼ਲ ਜਾਂ ਜਿਹੜਾ ਉਦੇਸ਼ ਨੀਵਾਂ ਰਹਿ ਗਿਆ, ਘੱਟ ਰਹਿ ਗਿਆ, ਉਸ ਨੂੰ ਪ੍ਰੇਰਿਤ ਕਰਕੇ, ਮੋਟੀਵੇਟ ਕਰਕੇ ਉਸ ਨੂੰ ਉੱਚਾ ਲੈ ਕੇ ਆਉਣਾ। ਇਹ ਜੋ ਸਾਰਾ ਕੰਮ ਹੈ ਸਰਬਪੱਖੀ ਸ਼ਖਸੀਅਤ ਦੇ ਵਿਕਾਸ ਵਿੱਚ ਸਹਾਇਕ ਜੋ ਮੁਲੰਕਣ ਹੈ ਇਹਦੇ ਬਾਰੇ ਹੈ। ਹੁਣ ਪਾਠ ਪੁਸਤਕ ਦੇ ਨਾਲ, ਇੱਕ ਤੇ ਪਾਠ ਪੁਸਤਕ ਸਾਡਾ ਜੋ ਸਿਲੇਬਸ ਹੈ, ਇਸ ਦੇ ਨਾਲ ਕਰਿਕੂਲਮ ਹੈ। ਕਰਿਕੂਲਮ ਦਾ ਮਤਲਬ ਹੈ ਵੀ ਉਸ ਪਾਠ ਪੁਸਤਕ ਦੇ ਆਧਾਰ ਤੋਂ ਇਲਾਵਾ ਬੱਚੇ ਵੀ ਸਵੇਰੇ ਜੋ ਪ੍ਰਾਰਥਨਾ ਪ੍ਰੇਅਰ ਦਾ ਜੋ ਟਾਈਮ ਹੁੰਦਾ ਉਸ ਤੋਂ ਲੈ ਕੇ ਜੋ ਡਿਸਪਰਸਲ ਜੋ ਛੁੱਟੀ ਦਾ ਸਮਾਂ ਹੈ, ਉਸ ਵਿੱਚ ਕਿਹੜੀਆਂ ਪ੍ਰਤੀਕਿਰਿਆਵਾਂ, ਕਿਹੜੀਆਂ ਐਕਟੀਵਿਟੀਜ਼ ਕਰਾਈਆਂ ਜਾਂਦੀਆਂ, ਉਹ ਜੋ ਸਾਰੀਆਂ ਸਹਿਗਾਮੀਆਂ ਅਨੁਗਾਮੀ ਕਿਰਿਆਵਾਂ ਹੁੰਦੀਆਂ ਜਿਹਨੂੰ ਅਸੀਂ ਕਰਿਕੂਲਮ ਕਹਿੰਦੇ ਹਾਂ। ਤੇ ਪਾਠ ਪੁਸਤਕ ਸਿਲੇਬਸ ਦੇ ਹਿਸਾਬ ਤੋਂ ਇਲਾਵਾ ਕਰਿਕੂਲਮ ਔਰ ਉਸ ਦੀ ਗੁਣਵੱਤਾ, ਬੱਚੇ ਨੇ ਜੋ ਗ੍ਰਹਿਣ ਕੀਤਾ ਹੈ, ਜੋ ਉਸਨੇ ਉਸ ਵਿੱਚ ਇਨਵੋਲਵਮੈਂਟ ਹੋਈ ਹੈ, ਉਸ ਦੀ ਗੁਣਵੱਤਾ ਬਾਰੇ ਜੋ ਸਹੀ ਜਾਣਕਾਰੀ ਮੁਲੰਕਣ ਦੇ ਰਾਹੀਂ ਕੀਤੀ ਜਾ ਸਕਦੀ ਹੈ। ਇਹ ਵਾਲਾ 6ਵਾਂ ਪੁਆਇੰਟ ਹੈ ਦਿਸ਼ਾ ਬੋਧ ਤੇ ਮਾਰਗਦਰਸ਼ਨ ਦੇ ਲਈ। ਮੁਲੰਕਣ ਤੋਂ ਬਿਨਾਂ ਇਹ ਜੋ ਪ੍ਰਕਿਰਿਆ ਹੈ, ਸਿੱਖਣ ਦੀ ਪ੍ਰਕਿਰਿਆ ਹੈ, ਟੀਚਿੰਗ ਲਰਨਿੰਗ ਦੀ ਪ੍ਰਕਿਰਿਆ, ਇਹ ਅਧੂਰੀ ਰਹਿ ਜਾਂਦੀ ਹੈ। ਕਿਉਂਕਿ ਜੋ ਦਿਸ਼ਾ ਬੋਧ ਹੋਣਾ ਬੜਾ ਜ਼ਰੂਰੀ ਹੈ। ਬੱਚਾ ਪੜ੍ਹ ਰਿਹਾ ਹੈ, ਪਰ ਬੱਚੇ ਦਾ ਜੋ ਟਾਰਗੇਟ ਹੈ ਉਹ ਕੀ ਹੈ, ਬੱਚੇ ਦੇ ਜੋ ਉਦੇਸ਼ ਨੇ ਪੜ੍ਹਨ ਦੇ, ਜਾਂ ਅਧਿਆਪਕ ਨੇ ਕੀ ਉਦੇਸ਼ ਸੈੱਟ ਕੀਤੇ ਨੇ ਆਪਣੇ ਪੜ੍ਹਾਉਣ ਦੇ, ਜਾਂ ਉਸ ਬਾਰੇ ਜੋ ਵੀ ਅਗਲਾ ਬਲੂ ਪ੍ਰਿੰਟ ਹੈ, ਜੋ ਵੀ ਅਗਲਾ ਜੋ ਦਿਸ਼ਾ ਨਿਰਦੇਸ਼ ਹੈ, ਜੋ ਵੀ ਅਗਲੇ ਟਾਰਗੇਟ ਨੇ, ਜੋ ਵੀ ਅਗਲੇ ਉਦੇਸ਼ ਨੇ, ਜੇ ਉਹ ਸੈੱਟ ਨਹੀਂ ਹੈ ਤਾਂ ਉਹਦੇ ਬਿਨਾਂ ਸਿੱਖਣ ਪ੍ਰਣਾਲੀ ਅਧੂਰੀ ਹੋ ਜਾਂਦੀ ਹੈ। ਇਹਦਾ ਮਤਲਬ ਮੁਲੰਕਣ ਤੋਂ ਬਿਨਾਂ ਇਹ ਪ੍ਰਕਿਰਿਆ ਅਧੂਰੀ ਹੈ। ਸਿੱਖਿਆ ਖੇਤਰ ਤਾਂ ਬਹੁਤ ਜ਼ਰੂਰੀ ਹੈ ਮੁਲੰਕਣ, ਪਰੰਤੂ ਇਸ ਦੇ ਨਾਲ ਨਾਲ ਇਹ ਦੇਸ਼ ਵਿੱਚ, ਇਹ ਸਮਾਜ ਵਿੱਚ, ਅਰਥ ਵਿਵਸਥਾ, ਇਕਨੋਮੀ ਦੇ ਵਿੱਚ, ਯਾਨੀ ਸਭਿਆ ਸੰਸਕ੍ਰਿਤੀ ਦਾ ਮਤਲਬ ਸੱਭਿਆਚਾਰਕ ਖੇਤਰ ਵਿੱਚ ਇਹ ਵਿਸ਼ੇਸ਼ ਭੂਮਿਕਾ ਨਿਭਾਉਂਦਾ। ਯਾਨੀ ਹਰ ਖੇਤਰ, ਕਿਉਂਕਿ ਇਹ ਬੱਚੇ ਦਾ ਸਰਬਪੱਖੀ ਵਿਕਾਸ ਦੇ ਵਿੱਚ ਸਹਾਇਕ ਹੈ। ਇਸ ਕਰਕੇ ਦੇਸ਼ ਦਾ ਜੋ ਸਰਬਪੱਖੀ ਵਿਕਾਸ ਹੈ ਇਹ ਵੀ ਇਸ ਮੁਲੰਕਣ ਤੇ ਹੀ ਆਧਾਰਿਤ ਹੈ, ਕਿਉਂਕਿ ਇਸ ਨਾਲ ਰਾਜਨੀਤਿਕ, ਆਰਥਿਕ, ਸਮਾਜਿਕ, ਧਾਰਮਿਕ ਇਹ ਜੋ ਮੁੱਲ ਨੇ ਇਹ ਰਿਚ ਹੋ ਜਾਂਦੇ ਨੇ। ਇਹਦਾ ਮਤਲਬ ਇਹ ਸਹਾਇਕ ਹੈ। ਸਿੱਖਿਆ ਪੱਧਰ ਵਿੱਚ ਇਸ ਨੂੰ ਸੁਧਾਰ ਕੀਤਾ ਜਾ ਸਕਦਾ ਹੈ। ਇਸ ਨਾਲ ਮੁਲੰਕਣ ਦੇ ਨਾਲ ਟੀਚਰ ਨੂੰ, ਅਧਿਆਪਕ ਨੂੰ ਵੀ ਪਤਾ ਲੱਗਦਾ ਉਸ ਵਿੱਚ ਕੀ ਕੰਮ ਹੈ, ਕਿਹੜੇ ਕੌਸ਼ਲਾਂ ਵਿੱਚੋਂ ਨਿਪੁੰਨਤਾ ਪ੍ਰਾਪਤ ਕਰਾਉਣ ਵਿੱਚ ਰਹਿ ਗਿਆ। ਇਸ ਕਰਕੇ ਜਦੋਂ ਮੁਲੰਕਣ ਦੇ ਆਧਾਰ ਤੇ ਅਧਿਆਪਕ ਦੀ ਯੋਗਤਾ ਵਿੱਚ ਵਾਧਾ ਹੁੰਦਾ ਹੈ ਤੇ ਉਸ ਨੂੰ ਇੱਕ ਦਿਸ਼ਾ ਬੋਧ, ਇੱਕ ਡਾਇਰੈਕਸ਼ਨ ਮਿਲਦੀ ਹੈ ਕਿ ਹੁਣ ਮੈਂ ਇਸ ਦਿਸ਼ਾ ਵੱਲ, ਇਸ ਜਮਾਤ ਨੂੰ, ਇਸ ਬੱਚੇ ਨੂੰ, ਪਾਰਟਿਕੂਲਰ ਵਿਅਕਤੀਗਤ ਬੱਚੇ ਨੂੰ ਲੈ ਕੇ ਜਾਣਾ। ਇਹਦਾ ਮਤਲਬ ਜੋ ਮੁਲੰਕਣ ਹੈ ਇਹ ਅਧਿਆਪਕ ਦਾ ਔਰ ਵਿਦਿਆਰਥੀ ਦਾ ਦਿਸ਼ਾ ਬੋਧ ਯਾਨੀ ਉਸ ਦੀ ਡਾਇਰੈਕਸ਼ਨ ਦਿੰਦਾ ਹੈ ਔਰ ਮਾਰਗਦਰਸ਼ਨ ਕਰਦਾ ਹੈ, ਉਸ ਨੂੰ ਗਾਈਡ ਕਰਦਾ ਆਪਣੇ ਆਉਣ ਵਾਲੇ ਸਮੇਂ ਲਈ, ਆਉਣ ਵਾਲੇ ਰਸਤੇ ਦੇ ਲਈ। ਮੁਲੰਕਣ ਦੇ ਮਹੱਤਵ ਦਾ ਜੋ ਅਗਲਾ ਟੌਪਿਕ ਹੈ ਉਹ ਵਰਗੀਕਰਨ ਔਰ ਜਾਂ ਕਲਾਸੀਫਿਕੇਸ਼ਨ ਵਿੱਚ ਸਹਾਇਤਾ ਕਰਦਾ ਹੈ। ਜਦੋਂ ਸਾਨੂੰ ਮੁਲੰਕਣ ਤੋਂ ਅੰਕ ਪ੍ਰਾਪਤ ਹੁੰਦੇ ਆ, ਬੱਚੇ ਦੇ ਨੰਬਰ ਪ੍ਰਾਪਤ, ਉਸਦੀ ਯੋਗਤਾ ਨੂੰ ਜਦੋਂ ਅੰਕਾਂ ਦੁਆਰਾ ਨਾਪ ਕੇ ਸਾਨੂੰ ਅੰਕਾਂ ਦਾ ਪਤਾ ਲੱਗਦਾ ਹੈ, ਫਿਰ ਮੁਲੰਕਣ ਤੋਂ ਪ੍ਰਾਪਤ ਅੰਕਾਂ ਤੋਂ ਵਿਦਿਆਰਥੀਆਂ ਨੂੰ ਲਾਭ ਹੁੰਦਾ ਹੈ, ਮਾਪਿਆਂ ਨੂੰ ਲਾਭ ਹੁੰਦਾ ਜਿਹੜੇ ਉਸ ਬੱਚੇ ਲਈ ਇਨਵੈਸਟ ਕਰ ਰਹੇ ਨੇ, ਬੱਚੇ ਦੀ ਆਸ ਲੱਗ ਕੇ ਬੈਠੇ ਨੇ, ਸਕੂਲ ਚਲਾਉਣ ਵਾਲੇ ਪ੍ਰਬੰਧਕਾਂ ਨੂੰ ਇਹ ਜਿਹੜਾ ਨਾ ਉਹ ਸਹਾਇਤਾ ਕਰਦਾ ਹੈ, ਔਰ ਸਰਕਾਰ ਨੂੰ ਅਗਲੀਆਂ ਨੀਤੀਆਂ ਸਥਾਪਿਤ ਕਰਨ ਵਿੱਚ, ਉਹਦੇ ਲਈ ਫੰਡ ਸਥਾਪਿਤ ਕਰਨ ਵਿੱਚ ਮਦਦ ਕਰਦਾ ਹੈ। ਇਹ ਸਾਰਾ ਕੁਝ ਜਿਹੜਾ ਮੁਲੰਕਣ ਨਾਲ ਸਾਰਥਕ ਹੁੰਦਾ ਹੈ। ਫਿਰ ਅਸੀਂ ਦੇਖਦੇ ਹਾਂ ਬਈ ਇਹਦੇ ਨਾਲ ਵਰਗੀਕਰਨ ਨਾਲ ਸਾਨੂੰ ਸਪਸ਼ਟ ਸੰਕੇਤ ਮਿਲਦੇ ਹੈ। ਜਦੋਂ ਸਪਸ਼ਟ ਸੰਕੇਤ ਕਿਸੇ ਵੀ ਤਰੱਕੀ ਦੇ, ਕਿਸੇ ਵੀ ਇਵੈਲੂਏਸ਼ਨ ਦੇ ਮਿਲਦੇ ਨੇ, ਫਿਰ ਸਾਨੂੰ ਪਤਾ ਲੱਗਦਾ ਹੈ ਵੀ ਸ਼੍ਰੇਣੀ ਵੰਡ ਕਿੱਦਾਂ ਕਰਨੀ ਹੈ। ਜਦੋਂ ਬੱਚਿਆਂ ਦੀਆਂ ਸ਼੍ਰੇਣੀਆਂ, ਜਿੱਦਾਂ ਮੰਨ ਲਓ ਬੱਚਾ 10ਵੀਂ ਤੱਕ ਪੜ੍ਹਿਆ, 11ਵੀਂ 'ਚ ਉਹਨੂੰ ਜਾਂ ਸਾਇੰਸ ਚਾਹੀਦੀ, ਜਾਂ ਕਾਮਰਸ ਚਾਹੀਦੀ ਹੈ, ਜਾਂ ਫਿਰ ਜਿਹੜੀ ਹੈ ਨਾ ਉਹ ਹਿਊਮੈਨਿਟੀ ਯਾਨੀ ਆਰਟ ਚਾਹੀਦੀ ਹੈ। ਬੱਚੇ ਦਾ ਮੁਲੰਕਣ ਹੋ ਗਿਆ। ਕਈ ਵਾਰ ਫਾਈਨਲ ਨਤੀਜਿਆਂ ਤੋਂ ਪਹਿਲੇ ਵੀ ਅਸੀਂ ਬੱਚੇ ਦੇ ਜੋ ਰੈਗੂਲਰ ਮੁਲੰਕਣ ਹੋਇਆ ਹੈ, ਜੋ ਕੰਟੀਨਿਊ ਕਨਸਟੈਂਟ ਪ੍ਰਕਿਰਿਆ ਹੈ, ਉਸ ਦੇ ਹਿਸਾਬ ਤੇ ਬੱਚੇ ਨੂੰ ਸ਼੍ਰੇਣੀ ਦੀ ਵੰਡ ਕਰ ਸਕਦੇ, ਉਹਨੂੰ ਸਬਜੈਕਟ ਦੇ ਸਕਦੇ ਹਾਂ। ਉਸ ਤੋਂ ਇਲਾਵਾ ਜੋ ਉਸ ਨੂੰ ਪ੍ਰਵੇਸ਼ ਦੀ ਚੋਣ ਦੇ, ਜਦੋਂ ਅਗਲੀ ਕਲਾਸ ਜਾਣਾ ਤੇ ਉਸ ਨੂੰ ਐਡਮਿਸ਼ਨ ਲਈ ਅਸੀਂ ਉਹਦੀ ਚੋਣ ਜਿਹੜੀ ਹੈ ਆਪਣੇ ਮੁਲੰਕਣ ਦੇ ਆਧਾਰ ਤੇ ਸੈੱਟ ਕਰ ਸਕਦੇ ਹਾਂ, ਔਰ ਬੱਚੇ ਨੂੰ ਜੋ ਪ੍ਰਮਾਣ ਪੱਤਰ ਦੇਣੇ ਆ, ਇਹ ਜੋ ਸਾਰਾ ਵਰਗੀਕਰਨ ਕਰਨ ਵਿੱਚ ਮਦਦ ਕਰਦਾ ਹੈ ਮੁਲੰਕਣ, ਯਾਨੀ ਕਲਾਸੀਫਾਈ ਕਰਦਾ ਉਸ ਨੂੰ। ਵਿਅਕਤੀਗਤ ਕਾਰਜ ਸਮਰੱਥਾ, ਇਸ ਮੁਲੰਕਣ ਰਾਹੀਂ ਬੱਚੇ ਦੇ ਵਿਅਕਤੀਗਤ ਕਾਰਜ ਸਮਰੱਥਾ ਦਾ ਪਤਾ ਲੱਗਦਾ ਹੈ। ਵਿਅਕਤੀਗਤ ਕਾਰਜ ਸਮਰੱਥਾ ਦਾ ਉਦੋਂ ਤੱਕ ਪਤਾ ਲਗਾਉਣਾ ਅਸੰਭਵ ਹੈ ਜਦੋਂ ਤੱਕ ਸਾਨੂੰ ਬੱਚੇ ਦੀਆਂ ਕਮਜ਼ੋਰੀਆਂ ਦਾ ਨਹੀਂ ਪਤਾ,
ਬੱਚੇ ਦੀ ਸਪੈਸ਼ਲ ਐਬਿਲਿਟੀ, ਉਹਦੀ ਸਮਰੱਥਾ ਦਾ ਨਹੀਂ ਪਤਾ, ਔਰ ਬੱਚੇ ਦੇ ਹਾਲਾਤ ਦਾ, ਉਹਦੀ ਕੰਡੀਸ਼ਨ ਦਾ ਸਾਨੂੰ ਪਤਾ ਨਹੀਂ ਵੀ ਵਿਦਿਆ ਵਿੱਚ ਉਸਨੇ ਕਿਹੜੀਆਂ ਪ੍ਰਾਪਤੀਆਂ, ਕਿਹੜੇ ਲੈਵਲ ਤੱਕ ਉਹ ਪਹੁੰਚਿਆ ਹੈ। ਉਦੋਂ ਤੱਕ ਅਸੀਂ ਵਿਅਕਤੀਗਤ ਕਾਰਜ ਸਮਰੱਥਾ ਬਾਰੇ ਆਪਣਾ ਕੋਈ ਵੀ ਦ੍ਰਿਸ਼ਟੀਕੋਣ ਜਿਹੜਾ ਨਾ ਉਹ ਪੇਸ਼ ਨਹੀਂ ਕਰਦੇ। ਇਹਦਾ ਮਤਲਬ ਜੋ ਮੁਲਾਂਕਣ ਹੈ ਉਹ ਵਿਅਕਤੀਗਤ ਮਾਰਗਦਰਸ਼ਨ ਲਈ ਬਹੁਤ ਜ਼ਰੂਰੀ ਹੈ। ਵਿਅਕਤੀਗਤ ਮਾਰਗਦਰਸ਼ਨ ਤਾਂ ਹੋ ਸਕਦਾ ਹੈ ਜੇ ਮੁਲਾਂਕਣ ਦੇ ਰਾਹੀਂ ਸਾਨੂੰ ਬੱਚੇ ਦੀਆਂ ਕਮਜ਼ੋਰੀਆਂ ਦਾ ਪਤਾ ਲੱਗ ਜਾਏ, ਉਹਦੀ ਸਮਰੱਥਾ ਦਾ, ਉਹਦੇ ਜੋ ਕੰਡੀਸ਼ਨ, ਜੋ ਪ੍ਰੈਜ਼ੈਂਟ ਕੰਡੀਸ਼ਨ ਹੈ, ਜੋ ਵਰਤਮਾਨ ਹਾਲਾਤ, ਉਸ ਦਾ ਪਤਾ ਨਾ ਲੱਗ ਜਾਵੇ। ਪੁਆਇੰਟ ਹੈ ਅਸਫਲਤਾ ਤੇ ਉਪਲਬਧੀ ਦਾ ਗਿਆਨ। ਮੁਲਾਂਕਣ ਦੇ ਆਧਾਰ ਤੇ ਅਸੀਂ ਕਿਸੇ ਅਸਫਲਤਾ ਜਾਂ ਉਪਲਬਧੀ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਹਰ ਕੰਮ ਜਾਂ ਹਰ ਯੋਜਨਾ ਦੀ ਅਸਫਲਤਾ ਜਾਂ ਉਪਲਬਧੀ ਯਾਨੀ ਉਹਦੇ ਫੇਲੀਅਰ ਜਾਂ ਅਚੀਵਮੈਂਟ ਦਾ ਪਤਾ ਸਾਨੂੰ ਮੁਲਾਂਕਣ ਦੁਆਰਾ ਹੀ ਲੱਗਦਾ ਹੈ। ਪੰਜਾਬੀ ਜੋ ਸਿੱਖਿਆ ਉਦੇਸ਼ਾਂ ਦੀ ਗੱਲ ਜਾਂ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਇਹ ਦੇਖਦੇ ਹਾਂ ਕਿ ਉਸ ਸਿੱਖਿਅਣ ਅਧਿਆਪਨ ਯਾਨੀ ਟੀਚਿੰਗ ਲਰਨਿੰਗ ਜੋ ਪ੍ਰੋਸੈਸ ਹੈ ਉਹਦੇ ਅੰਦਰ ਅਸੀਂ ਪੰਜਾਬੀ ਸਿੱਖਿਆ ਦੇ ਉਦੇਸ਼ਾਂ ਨੂੰ ਯਾਨੀ ਜਿਹੜੇ ਉਹਦੇ ਏਮਸ ਹੈ, ਲਕਸ਼ ਯਾਨੀ ਜਿਹੜੇ ਉਹਦੇ ਟਾਰਗੇਟਸ ਨੇ, ਉਹਨਾਂ ਦੀ ਪ੍ਰਾਪਤੀ ਸਾਨੂੰ ਕਿਸ ਹੱਦ ਤੱਕ ਹੋਈ ਹੈ ਇਹ ਸਾਨੂੰ ਮੁਲਾਂਕਣ ਤੋਂ ਹੀ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਬੱਚੇ ਦੇ ਵਿਅਕਤੀਗਤ ਤੇ ਸਮੂਹਿਕ ਪ੍ਰਗਤੀ ਦਾ ਪਤਾ ਲੱਗਦਾ, ਉਹਦੀਆਂ ਜਿਹੜੀਆਂ ਮੁਸ਼ਕਲਾਂ ਦੀ ਜਾਣਕਾਰੀ ਮਿਲਦੀ ਹੈ। ਦੁਬਾਰਾ ਸੁਣੀਏ ਕਿ ਇਹ ਜੋ 10ਵਾਂ ਪੁਆਇੰਟ ਹੈ ਬੱਚੇ ਦੇ ਪਰਸਨਲ ਯਾਨੀ ਵਿਅਕਤੀਗਤ, ਸਮੂਹਿਕ ਯਾਨੀ ਕਲੈਕਟਿਵ ਤੌਰ ਤੇ, ਗਰੁੱਪ ਦੇ ਤੌਰ ਤੇ ਉਹਨਾਂ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਮਿਲਦੀ ਹੈ। ਹਰ ਵਿਦਿਆਰਥੀ ਵਿੱਚ ਆਪਣੀ ਰੁਚੀ ਹੈ, ਆਪਣੀ ਅਭਿਰੁਚੀ ਐਟੀਟਿਊਡ ਹੈ। ਇਸ ਤੋਂ ਇਲਾਵਾ ਉਸਦਾ ਜੋ ਪਰਿਸਥਿਤੀਆਂ ਨੇ, ਜੋ ਉਸਦਾ এনवायरमेंट ਹੈ, ਉਹ ਉਸਦੀ ਬੌਧਿਕ ਔਰ ਉਸਦੀ ਗ੍ਰਹਿਣ ਵਾਲੀ ਜਿਹੜੀ क्षमता ਉਸਨੂੰ, ਜਿਹੜੀ ਉਸਨੂੰ ਹੈਸੀਅਤ ਹੈ, ਜਿਹੜੀ ਕੈਪੈਸਿਟੀ ਹੈ, ਉਸਨੂੰ ਉਹ ਪ੍ਰਭਾਵਿਤ ਕਰਦਾ ਹੈ। ਹੁਣ ਇੱਥੇ ਦੇਖਦੇ ਹਾਂ ਵੀ ਹਰ ਵਿਸ਼ੇ ਵਿੱਚ ਇੱਕ ਬੱਚਾ, ਜਮਾਤ ਦੇ ਜਿਹੜੇ ਬੱਚੇ ਨੇ ਉਹ ਸਮਾਨ ਨਹੀਂ ਹੈ। ਕਿਸੇ ਬੱਚੇ ਨੂੰ ਪੰਜਾਬੀ ਵਾਰਤਕ ਚੰਗੀ ਲੱਗਦੀ ਹੈ, ਕਿਸੇ ਨੂੰ ਕਵਿਤਾ 'ਚ ਰੁਚੀ ਹੈ, ਕੋਈ ਨਿਬੰਧ ਵਿੱਚ ਹੈ ਔਰ ਕੋਈ ਵਿਆਕਰਣ ਵਿੱਚ ਬਹੁਤ ਚੰਗੇ ਨੇ। ਜਾਂ ਫਿਰ ਇਸ ਤਰ੍ਹਾਂ ਹੁੰਦਾ ਇੱਕ ਵਿਦਿਆਰਥੀ ਵਿਆਕਰਣ ਵਿੱਚ ਚੰਗਾ ਹੈ, ਬਾਕੀ ਕਵਿਤਾ ਜਾਂ ਕਹਾਣੀ ਵਿੱਚ ਉਹਦੀ ਜੋ ਐਕਸੈਪਟੈਂਸ ਹੈ, ਜੋ ਉਹ ਜਿਹੜੀਆਂ ਚੀਜ਼ਾਂ ਗ੍ਰਹਿਣ ਕਰਦਾ, ਤੱਥ ਗ੍ਰਹਿਣ ਕਰਦਾ ਹੈ, ਉਹਨੂੰ ਉਸ ਵਿੱਚ ਢਿੱਲਾ ਹੈ। ਜਾਂ ਕਈਆਂ ਵਿੱਚ ਬਹੁਤ ਫਾਸਟ ਹੈ, ਕਈਆਂ ਵਿੱਚ ਜੋ ਬਹੁਤ ਚਤੁਰ ਹੈ, ਬਹੁਤ ਉਸ ਵਿੱਚ ਕੁਸ਼ਲ ਹੈ। ਯਾਨੀ ਜਿਹੜੇ ਅਸੀਂ 4 ਕੌਸ਼ਲ ਗਿਣੇ ਉਹਨਾਂ ਵਿੱਚੋਂ ਕਿਸੇ ਇੱਕ ਜਾਂ ਮੈਕਸਿਮਮ ਵਿੱਚੋਂ ਚਤੁਰ ਹੈ, ਕੋਈ ਇੱਕ ਅਦਾ ਜਿਹੜਾ ਉਸਦਾ ਕਮਜ਼ੋਰੀ ਜਾਂ ਫੇਲੀਅਰ ਰਹਿ ਜਾਂਦਾ ਹੈ। ਹੁਣ ਜਦੋਂ ਹਰ ਵਿਸ਼ੇ ਸਮਾਨ ਯੋਗਤਾ ਨਹੀਂ ਹੁੰਦੀ, ਜਿਹੜੀ ਪੰਜਾਬੀ ਵਿਆਕਰਣ ਹੈ, ਪੰਜਾਬੀ ਕਾਵ ਹੈ, ਨਿਬੰਧ ਹੈ, ਵਿਆਕਰਣ, ਹਰ ਕਿਸੇ ਦੀ ਭਿੰਨ ਯੋਗਤਾ ਇਸ ਨੂੰ ਗ੍ਰਹਿਣ ਕਰਨ ਦੀ। ਜਦੋਂ ਅਸੀਂ ਮੁਲਾਂਕਣ ਕਰਦੇ ਹਾਂ ਤੇ ਮੁਲਾਂਕਣ ਨਾਲ ਅਸੀਂ ਬੱਚੇ ਦੀਆਂ ਜੋ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦਾ ਕਾਰਨ ਕੀ ਹੈ। ਜਦੋਂ ਮੈਂ ਆਪਣੀ ਜਮਾਤ ਦੀ ਗੱਲ ਕਰਦਾ, ਮੇਰੀ ਜਮਾਤ ਵਿੱਚ ਬੱਚੇ ਦਾ ਜੋ ਪਰਫਾਰਮੈਂਸ ਸੀਗਾ ਉਹ ਅੱਛਾ ਨਹੀਂ ਸੀਗਾ, ਯਾਨੀ ਅੱਛਾ ਬੱਚਾ ਹੋਣ ਦੇ ਬਾਵਜੂਦ ਉਹਦੇ ਨੰਬਰ ਅੱਛੇ ਨਹੀਂ ਆ ਰਹੇ ਸੀ। ਹੁਣ ਉਹਦੇ ਬਾਰੇ ਜਦੋਂ ਅਸੀਂ ਸਟੱਡੀ ਸ਼ੁਰੂ ਕੀਤੀ, ਕੇਸ ਸਟੱਡੀ ਸ਼ੁਰੂ ਕੀਤੀ, ਤਾਂ ਪਤਾ ਲੱਗਾ ਉਹ ਜੋ ਬੱਚਾ ਹੈ ਨਾ ਉਹਦੇ ਕੰਨਾਂ 'ਚ ਪ੍ਰੋਬਲਮ ਹੈ। ਬੱਚਾ ਠੀਕ ਹੈ ਪਰੰਤੂ ਉਹਨੂੰ ਜੋ ਰੋਟੇਸ਼ਨ ਹੈ ਡੈਸਕ ਤੇ ਬੈਠਣ ਦੀ, ਉਹਦੀ ਵਾਰੀ ਨਹੀਂ ਆਉਂਦੀ। ਇਸ ਕਰਕੇ ਜੇ ਬੱਚੇ ਅੱਗੇ ਬਹਿ ਜਾਂਦੇ ਉਹ ਬੱਚਾ ਪਿੱਛੇ ਬੈਠਦਾ ਹੈ। ਉਹ ਟੀਚਰ ਵਿੱਚ ਦੇਖਦਾ ਤਾਂ ਹੈ, ਪੂਰੀਆਂ ਕਿਰਿਆਵਾਂ ਕਰਦਾ ਹੈ, ਪਰੰਤੂ ਉਹਨੂੰ ਜੋ ਸੁਣਾਈ ਨਹੀਂ ਦੇ ਰਿਹਾ। ਸੁਣਨ ਦਾ ਅਭਿਨੈ ਤਾਂ ਬਹੁਤ ਕਰਦਾ ਹੈ, ਐਕਟਿੰਗ ਤੇ ਕਰਦਾ ਹੈ, ਪਰੰਤੂ ਉਹਦੇ ਜਿਹੜੇ ਕੰਨ ਹੈ ਉਹ ਪੂਰੀ ਸਮਰੱਥਾ ਵਿੱਚ ਨਹੀਂ ਹੈ। ਇਸ ਕਰਕੇ ਬੱਚੇ ਦੀ ਜੋ ਐਕਸੈਪਟੈਂਸ, ਜੋ ਉਹਦੇ ਰਿਸੈਪਟਰਸ ਹਨ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਔਰ ਬੱਚਾ ਆਪਣੀ ਪੜ੍ਹਾਈ ਵਿੱਚ ਪਿੱਛੇ ਜਾ ਰਿਹਾ ਸੀ। ਇਸ ਦਾ ਉਪਾਅ ਕੀ ਕੱਢਿਆ ਵੀ ਇਸ ਦੇ ਉਪਾਅ ਵਜੋਂ ਬੱਚੇ ਨੂੰ ਸਭ ਤੋਂ ਪਿੱਛੇ ਉਠਾ ਕੇ ਉਹਦੀ ਸੀਟ ਹੀ ਸਭ ਤੋਂ ਅੱਗੇ ਪਰਮਾਨੈਂਟ ਕਰਦੀ। ਇਸ ਵਾਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬੱਚਾ ਮੋਬਾਈਲ ਬਹੁਤ ਦੇਖਦਾ, ਟੀਵੀ ਬਹੁਤ ਦੇਖਦਾ, ਬੱਚੇ ਦੀਆਂ ਨਜ਼ਰਾਂ ਜਿਹੜੀਆਂ ਉਹ ਕਮਜ਼ੋਰ ਹੋ ਜਾਂਦੀਆਂ। ਇਸ ਕਰਕੇ ਬੱਚਾ ਜੇ ਪਿੱਛੇ ਬੈਠਾ ਤਾਂ ਉਸ ਨੂੰ ਬਲੈਕ ਬੋਰਡ ਤੇ ਲਿਖਿਆ ਔਰ ਕਈ ਵਾਰ ਨਾ ਸੁਣਨ ਕਰਕੇ ਜਾਂ ਧਿਆਨ ਇੱਧਰੋਂ ਉੱਧਰ ਹੋਣ ਕਰਕੇ ਉਹਨੂੰ ਅਧਿਆਪਕ ਦੀ ਗੱਲ ਵੱਲ ਕੰਸਨਟ੍ਰੇਸ਼ਨ, ਧਿਆਨ ਕੇਂਦਰਿਤ ਨਹੀਂ ਹੁੰਦਾ। ਇਸ ਕਰਕੇ ਚੰਗਾ ਹੋਣ ਦੇ ਬਾਵਜੂਦ ਉਸਦਾ ਜੋ ਰਿਜ਼ਲਟ ਹੈ ਉਹ ਫਰਕ ਪੈ ਜਾਂਦਾ। ਇਸ ਕਰਕੇ ਅਸੀਂ ਦੇਖਦੇ ਹਾਂ ਵੀ ਮੁਸ਼ਕਲਾਂ ਕੀ ਨੇ, ਮੁਸ਼ਕਲਾਂ ਦੇ ਕਾਰਨ ਕੀ ਨੇ। ਜਦੋਂ ਸਾਨੂੰ ਮੁਸ਼ਕਲ ਦਾ ਪਤਾ ਲੱਗ ਗਿਆ, ਮੁਸ਼ਕਲ ਦਾ ਕਾਰਨ ਪਤਾ ਲੱਗ ਗਿਆ, ਫਿਰ ਅਸੀਂ ਉਸਦਾ ਹੱਲ ਵੀ ਕੱਢ ਸਕਦੇ ਹਾਂ ਔਰ ਉਸਦੀ ਰੈਮੇਡੀ ਯਾਨੀ ਉਸਦਾ ਉਪਚਾਰ ਵੀ ਖੋਜ ਸਕਦੇ ਹਾਂ। ਇਹ ਸਾਰਾ ਕੁਝ ਮੁਲਾਂਕਣ ਨਾਲ ਪਤਾ ਲੱਗਦਾ ਜਦੋਂ ਅਸੀਂ ਵਿਅਕਤੀਗਤ ਜਾਂ ਸਮੂਹਿਕ ਤੌਰ ਤੇ ਬੱਚੇ ਦੀ ਪ੍ਰਗਤੀ ਜਾਂ ਮੁਸ਼ਕਲਾਂ ਬਾਰੇ ਜਿਹੜੀ ਹੈ ਅਸੀਂ ਜਾਣਕਾਰੀ ਇਕੱਠਾ ਕਰਦੇ ਹਾਂ। ਅਗਲਾ ਜੋ ਪੁਆਇੰਟ ਹੈ ਵੀ ਜੋ ਸਿੱਖਿਆ ਵਿਧੀਆਂ ਅਸੀਂ ਯੂਜ਼ ਕੀਤੀਆਂ, ਆਗਮਨ ਨਿਗਮਨ ਕੀਤੀ ਹੈ, ਇਸ ਤੋਂ ਇਲਾਵਾ ਹੋਰ ਕਿਤਨੀਆਂ ਸਾਰੀਆਂ ਵਿਧੀਆਂ ਨੇ। ਅਸੀਂ ਭਾਸ਼ਣ ਵਿਧੀ ਇਸਤੇਮਾਲ ਕੀਤੀ ਹੈ, ਅਸੀਂ ਬੱਚੇ ਦੇ ਪਠਨ ਵਿਧੀ ਜਿਹੜੀ ਇਸਤੇਮਾਲ ਕੀਤੀ ਹੈ। ਬੜੀਆਂ ਸਾਰੀਆਂ ਜਿਹੜੀਆਂ ਸਿੱਖਿਆ ਵਿਧੀਆਂ ਨੇ, ਅਨੰਤ ਨੇ। ਉਹਨਾਂ ਵਿੱਚੋਂ ਸਿੱਖਿਆ ਵਿਧੀ ਦੀ ਉਪਯੋਗਤਾ ਕੀ ਹੈ, ਯੂਟਿਲਿਟੀ ਕੀ ਹੈ, ਉਹ ਸੀਮਾਵਾਂ ਨੇ, ਉਸਦੀਆਂ ਕਮੀਆਂ ਕੀ ਹੈ। ਇਹ ਸਾਨੂੰ ਮੁਲਾਂਕਣ ਤੋਂ ਪਤਾ ਲੱਗਦਾ ਹੈ ਵੀ ਸਾਡੀ ਜੋ ਯੂਜ਼ ਕੀਤੀ, ਮੈਂ ਪਹਿਲੇ ਵੀ ਦੱਸਿਆ ਸੀ ਵੀ ਜੋ ਅਧਿਆਪਕ ਹੈ ਇੱਕ ਵਿਧੀ ਤੇ ਫਿਕਸ ਨਹੀਂ ਹੁੰਦਾ, ਉਹ ਇੰਨਾ ਫਲੈਕਸੀਬਲ ਹੁੰਦਾ ਹੈ ਕਿ ਜਮਾਤ ਵਿੱਚ ਜਾ ਕੇ ਉਹ ਅਲੱਗ-ਅਲੱਗ ਵਿਧੀਆਂ ਦੇ ਰਾਹੀਂ ਆਪਣੇ ਬੱਚਿਆਂ ਨੂੰ ਆਪਣਾ ਜੋ ਗਿਆਨ ਹੈ ਉਹ ਪ੍ਰੇਸ਼ਿਤ ਕਰਦਾ, ਉਹ ਭੇਜਦਾ ਹੈ। ਉਸ ਦੇ ਮੁਕਾਬਲੇ ਜੋ ਕਈ ਬੱਚੇ ਹੈ ਉਹ ਤੇਜ਼ੀ ਨਾਲ ਗ੍ਰਹਿਣ ਕਰਦੇ, ਕਈ ਤੇਜ਼ੀ ਨਾਲ ਨਹੀਂ ਗ੍ਰਹਿਣ ਕਰਦੇ। ਫਿਰ ਆਪਣੀ ਸਟ੍ਰੈਟਜੀ, ਆਪਣੀ ਜੋ ਯੋਜਨਾ ਚੇਂਜ ਕਰਦਾ ਹੈ, ਫਿਰ ਆਪਣੀ ਵਿਧੀ ਬਦਲਦਾ ਹੈ, ਆਪਣੇ ਸੂਤਰ ਬਦਲਦਾ ਹੈ, ਤੇ ਇਸ ਤਰ੍ਹਾਂ ਉਹ ਆਪਣੀ ਸਿੱਖਿਆ ਨੂੰ, ਜੋ ਸਿੱਖਿਆ ਦਾ ਪ੍ਰਸਾਰਣ ਹੈ,
ਜੋ ਬੱਚੇ ਨੂੰ ਗਿਆਨ ਦੇ ਰਿਹਾ ਉਸ ਵਿੱਚ ਉਹ ਜਿਹੜਾ ਹੈ ਨਾ ਉਹ ਉਸਦੇ ਫੇਰ ਬਦਲ ਕਰਕੇ ਉਹ ਗਿਆਨ ਉਹਨਾਂ ਤੱਕ ਬੱਚੇ ਤੱਕ ਪਹੁੰਚਾ ਦਿੰਦਾ ਹੈ। ਤੇ ਇਸ ਕਰਕੇ ਵਿਧੀ ਕਿਹੜੀ ਵਰਤੀ ਜਾ ਰਹੀ ਹੈ, ਵਿਧੀ ਦਾ ਕਿਹੜਾ ਜਿਹੜਾ ਅੰਗ ਹੈ ਉਹ ਕਮਜ਼ੋਰ ਹੋ ਸਕਦਾ ਹੈ, ਉਸ ਵਿੱਚ ਕਿਹੜੀ ਚੇਂਜਸ ਕਿਹੜੇ ਬਦਲਾਵ ਕੀਤੇ ਜਾ ਸਕਦੇ ਨੇ। ਯਾਨੀ ਜੋ ਅਧਿਆਪਕ ਹੈ ਉਹ ਇਹ ਦੇਖਦਾ ਹੈ ਕਿ ਕਿਹੜੀ ਵਿਧੀ ਦੀ ਲੋੜ ਹੈ, ਬੱਚੇ ਦੀ ਰੁਚੀ ਅਨੁਸਾਰ ਕਿਹੜੀ ਹੈ, ਬੱਚੇ ਦੀ ਸਮਰੱਥਾ ਕੀ ਹੈ, ਔਰ ਉਸਦੇ ਕੋਈ ਵਿਧੀ ਪ੍ਰਤੀਕੂਲਤਾ ਨਹੀਂ ਜਾ ਰਹੀ। ਜੇ ਕੋਈ ਵਿਧੀ ਉਸਦੇ ਪ੍ਰਤੀਕੂਲ ਜਾ ਰਹੀ ਹੈ ਉਹ ਆਪਣੇ ਯੋਜਨਾ ਵਿੱਚ ਆਪਣੀ ਸਟ੍ਰੈਟਜੀ ਵਿੱਚ ਫੇਰ ਬਦਲ ਕਰਕੇ ਉਸ ਸਮੇਂ ਜੋ ਯੋਗ ਵਿਧੀ ਹੈ ਉਸ ਦੀ ਵਰਤੋਂ ਕਰਕੇ ਆਪਣਾ ਗਿਆਨ ਜਿਹੜਾ ਉਹ ਦੇ ਸਕਦਾ ਹੈ। ਯਾਨੀ ਅਧਿਆਪਕ ਨੂੰ ਆਪਣੇ ਬੱਚੇ, ਆਪਣੀ ਜਮਾਤ, ਆਪਣੇ ਕੋਲੈਕਟਿਵ ਜਾਂ ਆਪਣੇ ਪਰਸਨਲ ਯਾਨੀ ਇੱਕ ਵਿਅਕਤੀਗਤ ਤੌਰ ਤੇ, ਸਾਮੂਹਿਕ ਤੌਰ ਤੇ ਉਹਨਾਂ ਬੱਚਿਆਂ ਦੇ ਕਮਜ਼ੋਰ ਬਿੰਦੂ ਪਤਾ ਹੋਣੇ ਚਾਹੀਦੇ। ਉਹਨਾਂ ਦੀ ਨਿਸ਼ਾਨਦੇਹੀ ਕਰਨਾ ਜ਼ਰੂਰੀ ਹੈ ਕਿ ਮੈਂ ਅੱਜ ਨਿਬੰਧ ਪੜ੍ਹਾਇਆ, ਮੇਰੀ ਜਮਾਤ ਵਿੱਚ ਨਿਬੰਧ ਪੜ੍ਹਾਉਣ ਤੋਂ ਬਾਅਦ ਇਹ ਬੱਚੇ ਜਿਹੜੇ ਬਹੁਤ ਚਤੁਰ ਨੇ, ਬਹੁਤ ਤੇਜ਼ੀ ਨਾਲ ਇਹਨਾਂ ਨੇ ਕੰਮ ਕੀਤਾ ਹੈ, ਇਹ ਬੱਚੇ ਇਹਨਾਂ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਹੁਣ ਮੈਂ ਉਹਨਾਂ ਬੱਚਿਆਂ ਨੂੰ, ਕਰੀਮ ਬੱਚਿਆਂ ਦੀ ਥਾਂ ਮੈਂ ਉਹਨੂੰ ਕਮਜ਼ੋਰ ਬੱਚੇ ਨੂੰ ਲੈ ਕੇ ਉਹਨਾਂ 'ਤੇ ਮੈਂ ਨਿਸ਼ਾਨਦੇਹੀ ਕਰਾਂਗਾ ਕਿ ਇਹ ਇਹਨਾਂ ਦਾ ਜੋ ਮੁੱਖ ਪ੍ਰੋਬਲਮ ਸੀ ਉਹ ਕਿਹੜੀ ਸੀ। ਇਸ ਤਰ੍ਹਾਂ ਮੈਨੂੰ ਫਿਰ ਜਦੋਂ ਮੈਂ ਉੱਤੇ ਅਧਿਐਨ ਕਰਾਂਗਾ, ਉਹਨਾਂ ਦੇ ਬਾਰੇ ਉਪਚਾਰ ਵਿਧੀਆਂ ਅਪਣਾਵਾਂਗਾ, ਫਿਰ ਉਹਨਾਂ 'ਚ ਸੁਧਾਰ ਹੋਣ ਦੀ ਸਮਰੱਥਾ ਹੈ, ਸੁਧਾਰ ਹੋਣ ਦੀ ਜੋ ਸੰਭਾਵਨਾ ਹੈ। ਤੇ ਇਸ ਜੋ ਸਾਰਾ ਕੰਮ ਮੁਲਾਂਕਣ ਦਾ ਹੈ। ਅਗਲੀ ਜੋ ਗੱਲ ਹੈ ਉਹ ਹੈ ਅਧਿਆਪਕ ਦੀ ਸਵੈ ਪੜਚੋਲ। ਜਦੋਂ ਜਮਾਤ ਵਿੱਚ ਅਧਿਆਪਕ ਟ੍ਰੇਨਡ ਹੋ ਕੇ ਜਾਂਦਾ ਹੈ, ਉਸ ਨੂੰ ਸਾਰੀਆਂ ਵਿਧੀਆਂ ਦੀ ਥਿਓਰੀਕਲ ਨੌਲੇਜ ਹੈ, ਯਾਨੀ ਉਸ ਨੂੰ ਸਾਰਾ ਕੁਝ ਪਤਾ ਹੈ। ਹੁਣ ਜਦੋਂ ਉਹ ਕਲਾਸ ਵਿੱਚ ਪੜ੍ਹਾਉਣ ਜਾਂਦਾ ਹੈ, ਕਿਹੜੀਆਂ ਵਿਧੀਆਂ ਉਸਦੀਆਂ ਅਸਫਲ ਹੁੰਦੀਆਂ, ਕਿਹੜੀਆਂ ਵਿਧੀਆਂ ਜੇ ਜ਼ਿਆਦਾ ਕਾਰਗਰ ਹੁੰਦੀਆਂ, ਹੁਣ ਉਹ ਆਪਣੀ ਸਮਰੱਥਾ ਦੀ ਜੋ ਪੜਚੋਲ ਕਰ ਸਕਦਾ ਹੈ ਕਿ ਮੈਂ ਐਜ਼ ਏ ਟੀਚਰ, ਐਜ਼ ਏ ਭਾਸ਼ਾ ਦਾ ਅਧਿਆਪਕ ਹੋਣ ਦੇ ਕਰਕੇ ਕੀ ਮੈਂ ਇਸ ਜਮਾਤ ਵਿੱਚ ਸਫਲ ਹਾਂ। ਕਈ ਵਾਰ ਇੱਦਾਂ ਵੀ ਦੇਖਣ ਨੂੰ ਮਿਲਦਾ ਹੈ ਵੀ ਇੱਕ ਅਧਿਆਪਕ ਇੱਕ ਜਮਾਤ ਸੈਕਸ਼ਨ ਏ ਵਿੱਚ ਤਾਂ ਬਹੁਤ ਸਫਲ ਹੈ, ਜਦੋਂ ਉਹ ਡੀ ਸੈਕਸ਼ਨ ਜਾਂ ਬੀ ਸੈਕਸ਼ਨ 'ਚ ਜਾਂਦਾ ਹੈ ਤੇ ਉਹਦੀ ਜਿਹੜੀ ਹੈ ਨਾ ਉਹ ਪਰਫਾਰਮੈਂਸ ਪੂਰੀ ਨਹੀਂ ਆ ਪਾਉਂਦੀ, ਕਿਉਂਕਿ ਇੱਕ ਜਮਾਤ ਦੇ ਇੱਕ ਬੱਚਿਆਂ ਦਾ ਸੁਭਾਅ ਬਣ ਜਾਂਦਾ ਹੈ, ਦੂਜੀ ਜਮਾਤ ਦੇ ਬੱਚਿਆਂ ਦਾ ਸੁਭਾਅ, ਉਹ 'ਚ ਮੈਜੋਰਟੀ ਦੇ ਜਿੱਦਾਂ ਦੇ ਬੱਚੇ ਹੋਣਗੇ ਨਾ, ਤੇ ਅਧਿਆਪਕ ਨੂੰ ਆਪਣੇ ਆਪ ਸਵੈ ਪੜਚੋਲ ਕਰਨ 'ਚ ਮਦਦ ਮਿਲਦੀ ਹੈ ਕਿ ਮੇਰੀ ਪੜ੍ਹਾਈ ਗਈ ਸਮੱਗਰੀ ਬੱਚੇ ਤੱਕ ਪਹੁੰਚੀ ਕਿ ਨਹੀਂ, ਜੇ ਉਹ ਪਹੁੰਚੀ ਤੇ ਕਿਸ ਮਾਤਰਾ ਤੱਕ ਪਹੁੰਚੀ, ਉਸ ਵਿੱਚ ਕੀ ਸੁਧਾਰ ਮੈਂ ਲਿਆ ਸਕਦਾ, ਉਹਨਾਂ ਸੁਧਾਰਾਂ ਵਿੱਚ ਮੈਂ ਕਿਹੜੀਆਂ ਹੋਰ ਵਿਧੀਆਂ, ਕਿਹੜੀ ਸਹਾਇਕ ਸਮੱਗਰੀ, ਕਿਹੜੇ ਕਰਿਕੂਲਮ ਦਾ ਮੈਂ ਜੋ ਮਦਦ ਲੈ ਸਕਦਾ। ਇਹ ਜੋ ਸਾਰੀ ਗੱਲ ਹੈ ਅਧਿਆਪਕਾਂ ਦੀ ਸਵੈ ਪੜਚੋਲ ਵਿੱਚ ਮਦਦ ਕਰਦਾ ਹੈ, ਮੁਲਾਂਕਣ ਯਾਨੀ ਇੰਟਰੋਸਪੈਕਸ਼ਨ ਵਿੱਚ ਮਦਦ ਕਰਦਾ ਹੈ। ਉਸ ਤੋਂ ਬਾਅਦ ਉਪਚਾਰਾਤਮਕ ਸਿੱਖਿਆ ਵਿਵਸਥਾ ਹੈ। ਜਦੋਂ ਮੁਲਾਂਕਣ ਹੋ ਗਿਆ, ਬੱਚੇ ਦੀਆਂ ਕਮੀਆਂ, ਬੱਚੇ ਦੇ ਦੋਸ਼, ਬੱਚੇ ਦੀ ਕਮਜ਼ੋਰੀ ਦੀ ਨਿਸ਼ਾਨਦੇਹੀ ਹੋ ਗਈ, ਉਸ ਤੋਂ ਬਾਅਦ ਅਸੀਂ ਦੇਖਿਆ ਬੱਚੇ ਦੀ ਸਮਰੱਥਾ ਕਿਸ ਵਿੱਚ ਹੈ, ਅਸੀਂ ਉਸ ਹਿਸਾਬ ਨਾਲ ਆਪਣੀ ਸਿੱਖਿਆ ਵਿਵਸਥਾ ਨੂੰ ਫਲੈਕਸੀਬਲ ਤੌਰ ਤੇ ਚੇਂਜ ਕਰਕੇ ਆਪਣੇ ਮਨ ਚਾਹੁੰਦੇ ਨਤੀਜੇ ਪ੍ਰਾਪਤ ਕਰ ਸਕਦੇ ਹਾਂ। ਔਰ ਅਸੀਂ ਮੁਲਾਂਕਣ ਦੇ ਆਧਾਰ ਤੇ ਜਮਾਤ ਵਿੱਚ ਵਿਅਕਤੀਗਤ ਤੌਰ ਤੇ, ਸਾਮੂਹਿਕ ਤੌਰ ਤੇ ਕਿਸੇ ਬੱਚੇ ਦੀ ਭਵਿੱਖਬਾਣੀ ਕਰ ਸਕਦੇ ਹਾਂ। ਜ਼ਰੂਰੀ ਨਹੀਂ ਉਹ ਭਵਿੱਖਬਾਣੀ ਪ੍ਰੀਖਿਆ ਦੇ ਅੰਕਾਂ ਤੇ ਆਧਾਰਿਤ ਹੋਵੇ, ਪਰੰਤੂ ਉਹ ਬੱਚੇ ਦੇ ਸਾਰੇ ਕੌਸ਼ਲ, ਸਾਰੇ ਉਦੇਸ਼ਾਂ ਦੇ ਆਧਾਰ ਤੇ ਹੋ ਸਕਦੇ। ਅਸੀਂ ਬੜੇ ਆਰਾਮ ਨਾਲ ਕਿਸੇ ਬੱਚੇ ਬਾਰੇ ਭਵਿੱਖਬਾਣੀ ਕਰ ਸਕਦੇ ਹਾਂ ਕਿ ਇਸ ਸਾਲ ਦੇ ਅੰਤ ਤੱਕ ਬੱਚੇ ਦੀ ਜੋ ਕੰਡੀਸ਼ਨ, ਜੋ ਉਸਦਾ ਮਿਆਰ ਹੈ, ਜੋ ਉਸਦਾ ਸਟੈਂਡਰਡ ਹੈ, ਉਹ ਕਿੱਥੇ ਤੱਕ ਪਹੁੰਚੇਗਾ। ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।